ਸੋਰਠ ਮਹੱਲਾ ਤੀਜਾ। ਘਰ ਪਹਿਲਾ ਇਕ ਓੰਕਾਰ ਸਤ ਗੁਰ ਪ੍ਰਸਾਦ। ਸੇਵਕ ਸੇਵ ਕਰਹਿ ਸਭ ਤੇਰੀ, ਜਿਨ ਸ਼ਬਦੈ ਸਾਧ ਆਇਆ। ਗੁਰ ਕਿਰਪਾ ਤੇ ਨਿਰਮਲ ਹੁਆ, ਜਿਨ ਵਿਚਹੁ ਆਪ ਗਵਾਇਆ। ਸੇਵਕ ਸੇਵ ਕਰਹਿ ਸਭ ਤੇਰੀ, ਜਿਨ ਸ਼ਬਦੈ ਸਾਧ ਆਇਆ। ਗੁਰ ਕਿਰਪਾ ਤੇ ਨਿਰਮਲ ਹੁਆ, ਜਿਨ ਵਿਚਹੁ ਆਪ ਗਵਾਇਆ। ਅਨ ਦਿਨ ਗੁਣ ਗਾਵਹਿ ਨਿਤ ਸਾਚੇ, ਗੁਰ ਕੈ ਸ਼ਬਦ ਸੁਹਾਇਆ। ਮੇਰੇ ਠਾਕੁਰ ਹਮ ਬਾਰਿਕ ਸ਼ਰਨ ਤੁਮਹਾਰੀ, ਏਕੋ ਸੱਚਾ ਸੱਚ ਤੂੰ ਕੇਵਲ ਆਪ ਮੁਰਾਰੀ। ਰਹਾਉ ਜਾਗਤ ਰਹੇ ਤਿਨੀ ਪ੍ਰਭ ਪਾਇਆ, ਸ਼ਬਦੇ ਹਉ ਮੈਂ ਮਾਰੀ। ਗਿਰਹੀ ਮਹਿ ਸਦਾ ਹਰ ਜਨ ਉਦਾਸੀ, ਗਿਆਨ ਤਤ ਵਿਚਾਰੀ। ਸਤਿਗੁਰ ਸੇਵ ਸਦਾ ਸੁਖ ਪਾਇਆ, ਹਰ ਰਾਖਿਆ ਉਰਧਾਰੀ। ਇਹੋ ਮਨੁਆ ਦਹਿੰਦ ਸੁਧਾਵੰਦਾ, ਦੂਜੈ ਭਾਇ ਖੁਆਇਆ। ਮਨ ਮੁਖ ਮੁਗਧ ਹਰ ਨਾਮ ਨ ਚੇਤੈ, ਬਿਰਥਾ ਜਨਮ ਗਵਾਇਆ। ਸਤਿਗੁਰ ਭੇਟੇ ਤਾ ਨਾਉ ਪਾਏ, ਹਉ ਮੈਂ ਮੋਹ ਚੁਕਾਇਆ। ਹਰ ਜਨ ਸਾਚੇ ਸਾਚ ਕਮਾਵਹਿ, ਗੁਰ ਕੈ ਸ਼ਬਦ ਵਿਚਾਰੀ। ਆਪੇ ਮੇਲ ਲਏ ਪ੍ਰਭ ਸਾਚੈ, ਸਾਚ ਰਖਿਆ ਉਰਧਾਰੀ। ਨਾਨਕ ਨਾਵਹੁ ਗਤ ਮਤ ਪਾਈ, ਏਹਾ ਰਸ ਹਮਾਰੀ। ਆਪੇ ਮੇਲ ਲਏ ਪ੍ਰਭ ਸਾਚੈ, ਸਾਚ ਰਖਿਆ ਉਰਧਾਰੀ। ਨਾਨਕ ਨਾਵਹੁ ਗਤ ਮਤ ਪਾਈ, ਏਹਾ ਰਸ ਹਮਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਸਰੂਪ ਦੀ ਹਾਜ਼ਰੀ ਭਰਦੇ ਹਾਂ। ਪਾਵਨ ਸ਼ਬਦ ਨਾਲ ਚਿੱਤ ਲਾ ਕੇ ਪਾਵਨ ਦਰਬਾਰ ਵਿੱਚ ਟਿਕਿਆ। ਜਦ ਆਪ ਸਾਵਧਾਨ ਤੇ ਇਕਾਗਰ ਚਿੱਤ ਹੋਏ ਹੋ, ਪਾਤਸ਼ਾਹ ਸਾਹਿਬ ਜੀ ਦੀਆਂ ਬੇਅੰਤ ਮਹਿਰਮਤਾਂ ਅਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ 'ਚੋਂ ਅਰਦਾਸ ਕਰਨਾ, ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ
ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਸੰਪੂਰਨ ਰਹਿਣ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਈ, ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਆ। ਹਰ ਰੋਜ਼ ਦੀ ਰਾਤ ਵੀ ਅੰਮ੍ਰਿਤ ਵੇਲੇ ਸਾਹਿਬ ਦੀ ਬਖਸ਼ਿਸ਼ਾਂ ਦਾ ਦਰ ਖੁੱਲ੍ਹਿਆ, ਸਾਡੇ ਵਾਸਤੇ ਉਪਦੇਸ਼ ਪ੍ਰਾਪਤ ਹੋਇਆ ਤੇ ਅੱਜ ਮਹਾਰਾਜ ਨੇ ਕਿਹਾ ਗੁਰਪੂਰ ਹੈ ਕਿਰਪਾ ਤਾਰੀ। ਕਿਰਪਾ ਸਦਾ ਵਰਤਦੀ ਰਹਿੰਦੀ ਹੈ ਕਰਤਾ ਪੁਰਖ ਦੀ। ਅੱਜ ਗੁਰਦੇਵ ਕਹਿੰਦੇ ਨੇ ਕਿਰਪਾ ਕੀਤੀ, ਨਤੀਜਨ ਸਾਡੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਨੇ, ਕਿਉਂਕਿ ਜਿੰਨੀਆਂ ਵੀ ਇੱਛਾਵਾਂ ਸਾਡੀਆਂ ਨੇ ਉਹ ਗੁਰੂ ਕਰਤੇ ਦੀ ਕਿਰਪਾ ਦੇ ਸਦਕੇ ਹੀ ਪੂਰੀਆਂ ਹੁੰਦੀਆਂ ਨੇ। ਕਦੇ ਕਦੇ ਅਸੀਂ ਉਡਾਮਾ ਜਿਹਾ ਦੇਣੇ ਕਿ ਲੈ ਮੇਰੀ ਆਹ ਇੱਛਾ ਜੇ ਬਾਕੀ ਹੈ, ਤੇ ਵੀ ਸੱਚ ਜਾਣੀ ਹੈ ਉਹਦੀ ਕਿਰਪਾ ਦੇ ਵਿੱਚ ਹੈ, ਸਮਾਂ ਪਾ ਕੇ ਵੀ ਪੂਰੀ ਹੋ ਜਾਏਗੀ। ਕਿਉਂਕਿ ਸਾਨੂੰ ਤੇ ਗੁਰੂ ਉਪਦੇਸ਼ ਦੇ ਸਦਕੇ ਪ੍ਰਾਪਤੀ ਮਤ ਹੋਈ ਹੈ ਨਾ, ਕਿ ਜੋ ਕੁਝ ਵੀ ਪ੍ਰਾਪਤ ਹੋ ਰਿਹਾ ਗੁਰੂ ਕੀ ਕਿਰਪਾ ਦੇ ਸਦਕੇ ਹੀ ਹੋ ਰਿਹਾ, ਤੇ ਸਾਨੂੰ ਹੁਣ ਤੱਕ ਉਹ ਪਲ ਰਿਹਾ ਨਾ, ਪਲ ਰਹੇ ਹਾਂ, ਜੀ ਰਹੇ ਹਾਂ, ਅਗਾਮੀ ਜੀਵਾਏਗਾ, ਅਗਾਮੀ ਪਾਲੇਗਾ। ਮਾਤ ਗਰਭ ਮੈਂ ਆਪਨ ਸਿਮਰਨ ਦੇ, ਤਹਿ ਤੁਮ ਰਾਖਨ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮਹਿ ਤਾਰਹੁ ਤਾਰਨ ਹਾਰੇ। ਹੁਣ ਤੱਕ ਬਚਾਇਓ ਨੇ ਤੇ ਅੱਗੇ ਵੀ ਬਚਾਏਗਾ, ਬਸ ਅਸਾਂ ਨੇ ਆਪਣਾ ਕਰਤੱਵ ਕਰਨਾ ਹੈ। ਕੋਈ ਇਸ ਨੂੰ ਧਰਮ ਕਹਿ ਦਿੰਦਾ ਹੈ, ਕੋਈ ਇਸ ਨੂੰ ਡਿਊਟੀ ਕਹਿ ਦਿੰਦਾ ਹੈ, ਕੋਈ ਇਸ ਨੂੰ ਫਰਜ਼ ਕਹਿ ਦਿੰਦਾ ਹੈ। ਸ਼ਬਦ ਅਲੱਗ ਅਲੱਗ ਹੋ ਸਕਦੇ ਨੇ, ਕੰਮ ਇੱਕੋ ਹੀ ਕਰਨਾ ਹੈ। ਅਸਾਂ ਨੇ ਆਪਣਾ ਜੋ ਕੁਝ ਵੀ ਹੈ, ਜਿੰਨੀ ਕੁ ਸਮਝ ਹੈ, ਮੱਤ ਹੈ, ਜਿੰਨਾ ਕੁ ਅਸਲੀਅਤ 'ਚ ਬੋਧ ਹੈ, ਸੋਝੀ ਜਿਹਨੂੰ ਗੁਰਬਾਣੀ 'ਚ ਕਹਿੰਦੇ ਨੇ, ਜਿੰਨੇ ਕੁ ਸੋਝੀ ਸਾਨੂੰ ਹੈ ਉਹਨਾਂ 'ਤੇ ਪੂਰਾ ਕਰੀਏ। ਅਤੇ ਗੁਰੂ ਮਹਾਰਾਜ ਤੇ ਬਾਰ ਬਾਰ ਇਹੀ ਕਹਿੰਦੇ ਨੇ, ਭਾਈ ਵਿਕਾਰਾਂ ਤੋਂ ਆਪਣੇ ਆਪ ਨੂੰ ਬਚ ਕੇ ਰੱਖਾ, ਛੋਡੋ ਨਿੰਦਾ ਤਾਤ ਪਰਾਈ, ਤੂੰ ਨਿੰਦਾ ਚੁਗਲੀਆਂ ਛੱਡ। ਇੱਕ ਬੜਾ ਪਿਆਰ ਵਜਨ, ਛੋਡੋ ਪ੍ਰਾਣੀ ਕੂੜ ਕਬਾੜਾ, ਕੂੜ ਕਬਾੜ ਛੱਡ ਦੇ। ਮਹਾਰਾਜ ਕੀ ਕਰੀਏ ਫਿਰ, ਜੀਵਨ ਦੀ ਯਾਤਰਾ ਨੂੰ ਕਿਸ ਤਰ੍ਹਾਂ ਤੈਅ ਕਰੀਏ? ਔਰ ਇਹੀ ਸਿਲਸਿਲੇਵਾਰ ਗੱਲਾਂ ਸਾਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਬਚਨਾਂ 'ਚੋਂ ਪ੍ਰਾਪਤ ਹੋ ਰਹੀਆਂ। ਕੱਲ੍ਹ ਵੀ ਅਸੀਂ ਇੱਕ ਬਚਨ ਵਾਚ ਰਹੇ ਸਾਂ ਕਿ ਕਰਤਾ ਪੁਰਖ ਵਾਹਿਗੁਰੂ ਜੀ ਦੇ ਰਾਹ ਨੂੰ ਤੁਰਿਆ ਜਾਂਦਾ ਵਿਅਕਤੀ ਭਟਕ ਕਿਉਂ ਜਾਂਦਾ ਹੈ। ਬੜਾ ਪਿਆਰਾ ਜਿਹਾ ਬਚਨ ਕੱਲ੍ਹ ਅਸੀਂ ਵਾਚ ਰਹੇ ਸਨ ਮਹਾਰਾਜ ਜੀ ਦਾ, ਕਿ ਇਹ ਮਨੁਆ ਦਹਿ ਦਿਸ ਧਾਵੰਦਾ, ਦੂਜੇ ਭਾਏ ਖੁਆਇਆ। ਦਰਅਸਲ ਅਸੀਂ ਇਸ ਨੂੰ ਫਿਰ ਸਮਝ ਲਈਏ, ਜੀਵਨ ਇੱਕ ਯਾਤਰਾ ਹੈ, ਅਤੇ ਯਾਤਰਾ ਦੇ ਵਿੱਚ ਉਸ ਯਾਤਰਾ 'ਤੇ ਤੁਰੇ ਜਾਂਦੇ ਹਾਂ ਜਿੱਥੇ ਆਪਾਂ ਕਦੇ ਤੱਕ ਗਏ ਨਹੀਂ। ਯਾਤਰਾਵਾਂ ਦਾ ਸਮਾਜਿਕ ਤੌਰ 'ਤੇ ਸਮਝ ਹੁੰਦੀ, ਦੋ ਪ੍ਰਕਾਰ ਦੇ ਪੱਖ ਹੁੰਦੇ ਨੇ। ਇੱਕ ਉਹ ਹੁੰਦੇ ਨੇ ਜਿਨ੍ਹਾਂ ਥਾਵਾਂ 'ਤੇ ਅਸੀਂ ਪਹਿਲਾਂ ਵੀ ਕਦੇ ਗਏ ਹਾਂ, ਉਹ ਰਾਹਾਂ ਦਾ ਪਤਾ ਹੁੰਦਾ, ਇੱਥੋਂ ਦੇ ਥਾਵਾਂ ਦਾ ਪਤਾ ਹੁੰਦਾ, ਨਾਵਾਂ ਦਾ ਪਤਾ ਹੁੰਦਾ ਹੈ, ਉੱਥੋਂ ਦੀਆਂ ਕਮੀਆਂ ਅਤੇ ਖੂਬੀਆਂ ਦਾ ਪਤਾ ਹੁੰਦਾ, ਸੁਖੈਨ ਹੋ ਜਾਈਦਾ। ਅਤੇ ਜਦੋਂ ਕਿਸੇ ਰਾਹ 'ਤੇ ਪਹਿਲੀ ਵਾਰ ਤੁਰੀਏ ਔਖਾ ਲੱਗਦਾ ਹੈ। ਭਾਵੇਂ ਅੱਜ ਤਮਾਮ ਵਿਗਿਆਨਕ ਤਕਨੀਕਾਂ ਦੇ ਰਾਹੀਂ ਸਾਨੂੰ ਅਗਾਊਂ ਸੂਚਨਾ ਮਿਲ ਜਾਂਦੀ ਹੈ ਵੀ ਰਾਹ ਠੀਕ ਹੈ, ਖਰਾਬ ਹੈ, ਇਹ ਸ਼ਾਰਟਕਟ ਹੈ, ਇੱਥੇ ਟੋਲ ਪੈਂਦਾ, ਇੱਥੇ ਨਹੀਂ ਪੈਂਦਾ। ਬਹੁਤ ਗੱਲਾਂ ਬੇਸ਼ੱਕ ਮੋਟੇ ਮੋਟੇ ਪੱਧਰ 'ਤੇ ਸਾਨੂੰ ਵਿਗਿਆਨ ਨੇ ਦੱਸ ਦਿੱਤੀਆਂ, ਪਰ ਤਜਰਬਾ ਤੇ ਵਿਗਿਆਨ ਨਹੀਂ ਦਿੰਦਾ ਨਾ। ਵਿਗਿਆਨ ਤੇ ਕੁਝ ਨੁਕਤਿਆਂ ਦੀ ਜਾਣਕਾਰੀ ਦਿੰਦਾ ਵੀ ਹਾਂ ਭਾਈ ਇੱਥੇ ਇਹ ਸੜਕ ਦੂਰੀ ਵਾਲੀ ਹੈ, ਇੱਥੇ ਛੋਟੀ ਹੈ। ਪਰ ਜਿਸ ਵੀ ਰਾਹ ਨੂੰ ਚੁਣਨਾ ਤੇ ਆਸਾਨ ਹੀ ਹੁੰਦਾ ਨਾ। ਅਸੀਂ ਕਈ ਵਾਰ ਵੇਖਿਆ ਨਾ, ਅਸੀਂ ਆਪ ਨਕਸ਼ਾ ਖੋਲ੍ਹ ਕੇ ਅੱਜ ਕੱਲ੍ਹ GPS ਕਹਿੰਦੇ ਹੋ, ਸਾਨੂੰ ਦੋ ਦੋ ਰਾਹ ਦਿਖਾ ਦਿੰਦਾ ਹੋ ਵੀ ਇੱਧਰ ਦੀ ਜਾਓਗੇ ਟੋਲ ਟੈਕਸ ਪੈ ਜਾਏਗਾ, ਇੱਧਰ ਦੀ ਜਾਓਗੇ ਇਹ ਸੜਕ ਖਰਾਬ ਹੈ, ਇੱਧਰ ਭੀੜ ਹੈ, ਇੱਧਰ ਪੁਲ ਹੈ, ਇੱਧਰ ਨਹੀਂ।
ਮੋਟੀ ਮੋਟੀ ਜਾਣਕਾਰੀ ਦੇ ਦੇਵੇਗਾ। ਪਰ ਉਹਨਾਂ ਦੱਸੇ ਹੋਏ 2 ਰਸਤਿਆਂ ਵਿੱਚੋਂ ਚੁਣਨਾ ਤੇ ਅਲਟੀਮੇਟ ਫਿਰ ਤੁਸਾਂ ਹੀ ਆ ਨਾ। ਉਸ ਵਿਗਿਆਨ ਨੇ ਨਾ ਰਾਹ ਚੁਣ ਕੇ ਨਹੀਂ ਦੇਣਾ, ਚੁਆਇਸ ਮਨੁੱਖ ਦੇ ਹੱਥ ਵਿੱਚ ਹੈ। ਅਤੇ ਜੋ ਚੁਆਇਸ ਕਰ ਲਏਗਾ, ਜੋ ਰਸਤਾ ਚੁਣ ਲਏਗਾ, ਉਸ ਰਸਤੇ 'ਤੇ ਜੋ ਹੋਏਗਾ ਉਹ ਮਿਲੇਗਾ। ਹੁਣ ਇਹ ਨਹੀਂ ਕਹਿ ਸਕਦਾ ਵੀ ਇਹ ਕਿਉਂ ਮਿਲਿਆ, ਕਿਉਂਕਿ ਰਸਤਾ ਤੇ ਤੂੰ ਚੁਣਿਆ ਨਾ। ਔਰ ਇਹੀ ਅਧਿਆਤਮਿਕ ਪੱਖ ਦੀ ਗੱਲ ਜਿਹਨੂੰ ਅਸੀਂ ਕਦੇ ਕਦੇ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹੁੰਦੇ ਹਾਂ। ਮੰਨ ਲਿਆ ਕਿ ਆਪਾਂ ਇੱਥੇ ਬੈਠੇ ਹਾਂ, ਚਿੱਤ ਕੀਤਾ ਵੀ ਅੰਮ੍ਰਿਤਸਰ ਸਾਹਿਬ ਜਾਣਾ ਹੈ। ਜੋ ਪਹਿਲੀ ਵਾਰ ਵਿਅਕਤੀ ਚੱਲਿਆ, ਰਸਤੇ ਦਾ ਪਤਾ ਨਹੀਂ, ਕਹਿੰਦਾ ਜੀ ਬਾਈ ਰੋਡ ਜਾਊਂਗਾ, ਜਾਓ ਜੀ। ਹੁਣ ਨਕਸ਼ੇ 'ਚ ਖੋਲ੍ਹਦਾ, ਇਹਨੂੰ ਰਸਤੇ ਮਿਲਣਗੇ ਨਾ, ਭਾਵੇਂ ਤੁਸੀਂ ਹਾਈਵੇ 'ਤੇ ਵਾਇਆ ਸਰਹੰਦ ਰਾਜਪੁਰੇ ਚਲੇ ਜਾਓ ਅਤੇ ਭਾਵੇਂ ਰੋਪੜ ਹੋ ਕੇ ਨਵੇਂ ਸ਼ਹਿਰ 'ਤੇ ਚਲੇ ਜਾਓ, ਰਸਤੇ 'ਤੇ ਵੱਡੇ 2 ਹੀ ਨੇ ਨਾ ਸਾਡੇ ਕੋਲ। ਹੁਣ ਇਹ ਚੁਣਨਾ ਤਾਂ ਆਸਾਨ ਆ ਨਾ ਆਪਣੇ ਇਸ ਟਿਕਾਣੇ ਤੋਂ, ਅਤੇ ਜਿਸ ਰਸਤੇ ਨੂੰ ਚੁਣ ਲਵਾਂਗੇ ਉਸ ਰਸਤੇ ਵਿੱਚ ਜੋ ਹੋਏਗਾ ਉਹ ਮਿਲੇਗਾ। ਫਿਰ ਇਹ ਤੋਂ ਬਚ ਨਹੀਂ ਸਕਦੇ। ਇੱਕ ਥਾਂ 'ਤੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਮੈਨੂੰ ਦਰਿਆ ਨਹੀਂ ਮਿਲਿਆ, ਵੀ ਤੂੰ ਰਸਤਾ ਹੀ ਨਹੀਂ ਚੁਣਿਆ। ਦੂਜੇ 'ਚ ਕਹੇਗਾ ਦੇਖੋ ਜੀ ਮੈਨੂੰ ਲੋਹੇ ਦਾ ਸ਼ਹਿਰ ਨਹੀਂ ਮਿਲਿਆ, ਜਿਹਨੂੰ ਮੰਡੀ ਗੋਬਿੰਦਗੜ੍ਹ ਕਹਿੰਦੇ ਨੇ, ਜਿੱਥੇ 4 ਸਫੇਰੇ ਲੋਹਾ ਹੀ ਲੋਹਾ ਖਿਲਰਿਆ ਹੁੰਦਾ, ਉਹ ਤਾਂ ਮੈਨੂੰ ਮਿਲਿਆ ਹੀ ਨਹੀਂ, ਕਿਉਂਕਿ ਤੂੰ ਰਸਤਾ ਹੀ ਨਹੀਂ ਚੁਣਿਆ। ਜੋ ਰਸਤਾ ਚੁਣ ਲਿਆ ਉਸ ਰਸਤੇ ਦੇ ਅਨੁਭਵ ਅੱਗੇ ਜਾ ਕੇ ਹੀ ਮਿਲਣਗੇ। ਇਸੇ ਤਰ੍ਹਾਂ ਅਧਿਆਤਮਿਕ ਮਾਰਗ ਵਿੱਚ ਵੀ ਅਸਾਂ ਰਸਤਾ ਚੁਣਨਾ ਹੁੰਦਾ ਹੈ। ਪਿੱਛੇ ਜੇ ਅਸੀਂ ਗੁਰੂ ਨਾਨਕ ਸਾਹਿਬ ਦੀ ਸਾਖੀ 'ਚ ਵਾਚ ਰਹੇ ਸਨ ਕਿ ਰਸਤਾ ਚੁਣਨਾ ਹੁੰਦਾ ਇੱਕ ਲਿਵ ਦਾ ਅਤੇ ਇੱਕ ਧਾਤੂ ਦਾ। ਇੱਕ ਕੀੜੀ ਵਾਲਾ ਮਾਰਗ ਚੁਣ ਲਿਆ ਕਿਸੇ ਨੇ ਪੰਛੀ ਵਾਲਾ ਮਾਰਗ ਚੁਣ ਲਿਆ। ਮਾਰਗ ਚੁਣਨ ਤੋਂ ਪਹਿਲਾਂ ਵੀ ਪਰੇਸ਼ਾਨੀ ਹੋਰ ਹੈ, ਮਨ ਨਹੀਂ ਟਿਕਦਾ। ਆਹ ਚੁਣਾ, ਆਹ ਚੁਣਾ, ਆਹ ਚੁਣਾ, ਆਹ ਚੁਣਾ, 10 ਪ੍ਰਕਾਰ ਦੀਆਂ ਗੱਲਾਂ ਸੋਚਦਾ ਹੈ, 10 ਦਿਸ਼ਾਵਾਂ ਵੱਲ ਜਾਂਦਾ ਹੈ। ਇਹ ਤਾਂ ਜ਼ਮੀਨੀ ਹਕੀਕਤੀ ਨਕਸ਼ਾ ਹੈ, ਇੱਕੋ ਹੀ ਦਿਸ਼ਾ ਹੈ, ਪਰ ਜਿਸ ਪਾਸੇ ਅਸੀਂ ਚੱਲੇ ਉੱਥੇ ਤਾਂ ਦਿਸ਼ਾ ਹੀ ਕੋਈ ਨਹੀਂ। ਸੱਚ ਜਾਣਨਾ ਕੋਈ ਦਿਸ਼ਾ ਨਹੀਂ ਜੇ। ਇੱਥੇ ਤਾਂ ਫਿਰ ਵੀ ਅਸੀਂ ਜ਼ਮੀਨ 'ਤੇ ਲਕੀਰ ਖਿੱਚਤੀ ਆ, ਦੱਖਣ ਹੈ ਅਤੇ ਪੂਰਬ ਹੈ ਅਤੇ ਪੱਛਮ ਹੈ, ਪਰ ਜਦੋਂ ਅਸੀਂ ਰੂਹਾਨੀ ਮੰਡਲ ਦੀ ਗੱਲ ਕਰਾਂਗੇ ਉੱਥੇ ਤਾਂ ਦਿਸ਼ਾ ਹੀ ਕੋਈ ਨਹੀਂ। ਇਸੇ ਕਰਕੇ ਮਨ 10 ਦਿਸ਼ਾ ਵੱਲ ਦੌੜਦਾ, ਸ਼ਾਇਦ ਇਸ ਦਿਸ਼ਾ 'ਚ ਮਿਲੇਗਾ, ਸ਼ਾਇਦ ਇੱਧਰ ਮਿਲ ਜਾਏਗਾ, ਇੱਧਰ ਮਿਲ ਜਾਏਗਾ। ਲੋਕਾਂ ਨੇ ਕਿਹਾ ਹੈ ਕਿ ਦੱਖਣ ਦੇ ਸ਼ਰੀਕਾ ਬਾਸਾ, ਲੋਕਾਂ ਨੇ ਕਿਹਾ ਨਾ, ਪੱਛਮ ਅੱਲ੍ਹੈ ਮੁਕਾਮਾ। ਇਹ 2 ਦਿਸ਼ਾਵਾਂ ਵੱਲ 2 ਲੋਕ ਕਹਿੰਦੇ ਨੇ, ਕੋਈ ਪੂਰਬ ਵੱਲ ਵੀ ਕਹਿੰਦਾ ਹੋਏਗਾ, ਉੱਤਰ ਵੱਲ ਵੀ ਕਹਿੰਦਾ ਹੋਏਗਾ, ਪਰ ਜਿਹੜੇ ਇਹਨਾਂ ਤੋਂ ਪਾਰ ਲੰਘ ਗਏ ਉਹ ਕੀ ਕਹਿਣਗੇ? ਜੇ ਅਸੀਂ ਕਦੇ ਕਦੇ ਦਰਸ਼ਨ ਦੇ ਵਿੱਚ ਗੱਲ ਸਮਝਣ ਦੀ ਕੋਸ਼ਿਸ਼ ਕਰ, ਅਸੀਂ ਸਾਰੇ ਆਲੇ ਦੁਆਲੇ ਦੇ ਲੋਕਾਂ ਨੂੰ ਪੁੱਛੀਏ ਕਾਬਾ ਲਹਿੰਦੇ ਵੱਲ ਹੈ, ਅਗਲੇ ਕਹਿਣਗੇ ਜੀ ਹਾਂ ਕਾਬਾ ਲਹਿੰਦੇ ਵੱਲ ਹੈ। ਇਸੇ ਕਰਕੇ ਲਹਿੰਦੇ ਵੱਲ ਅਸੀਂ ਪੱਛਮ ਨਮਾਜ਼ ਅਦਾ ਕਰਦੇ ਹਾਂ, ਕਿਉਂਕਿ ਕਾਬਾ ਲਹਿੰਦੇ ਵੱਲ। ਠੀਕ ਹੈ ਜੀ। ਹੁਣ ਤੁਰਦੇ ਤੁਰਦੇ ਅਸੀਂ ਕਾਬੇ ਪਹੁੰਚ ਜਾਵਾਂਗੇ, ਅਤੇ ਕਾਬੇ ਤੋਂ 100 ਮੀਲ ਲਹਿੰਦੇ ਵੱਲ ਖਲੋ ਕੇ ਵਿਅਕਤੀ ਥੋੜ੍ਹਾ ਕਹਿ ਪਾਏਗਾ ਵੀ ਕਾਬਾ ਲਹਿੰਦੇ ਵੱਲ ਹੈ। ਫਿਰ ਤਾਂ ਉਹਨੂੰ ਕਹਿਣਾ ਪਏਗਾ ਨਹੀਂ, ਕਾਬਾ ਚੜ੍ਹਦੇ ਵੱਲ ਹੈ, ਕਿਉਂਕਿ ਉਹਨੇ ਕਾਬੇ ਨੂੰ ਕੇਂਦਰ ਮੰਨਿਆ ਹੈ, ਦਿਸ਼ਾ ਨੂੰ ਨਹੀਂ। ਅਤੇ ਜਿਸ ਦਿਸ਼ਾ ਵੱਲ ਖਲੋਤਾ ਹੈ ਉਹ ਦਿਸ਼ਾ ਬਦਲ ਜਾਏਗੀ ਉਹਦੀ, ਇਸ ਕਰਕੇ ਉਹਦਾ ਬਿਆਨ ਬਦਲ ਜਾਏਗਾ। ਇੱਥੇ ਖੜ੍ਹਾ ਹੋਇਆ ਵਿਅਕਤੀ ਆਪਾਂ ਰੋਜ਼ ਅਰਦਾਸ ਕਰਦੇ ਹਾਂ। ਆਪਾਂ ਕਦੇ ਕਦੇ ਆਪਣੇ ਆਪ ਨੂੰ ਦੇਖਿਆ ਹੋਵੇ ਸਾਡੀਆਂ ਅਰਦਾਸਾਂ ਦਾ ਭਾਵ। ਇੱਥੇ ਖਲੋ ਕੇ ਆਪਾਂ ਕਹਿੰਦੇ ਹੈ ਸੱਚੇ ਪਾਤਸ਼ਾਹ ਸ਼੍ਰੀ ਨਨਕਾਣਾ ਸਾਹਿਬ ਜੀ ਅਤੇ ਹੋਰ ਗੁਰਦੁਆਰਿਆਂ ਦਰਸ਼ਨ ਸਾਨੂੰ ਬਖਸ਼। ਅਤੇ ਜਿਹੜਾ ਸਿੱਖ ਪਾਕਿਸਤਾਨ ਵਿੱਚ ਰਹਿ ਰਿਹਾ ਉਹ ਥੋੜ੍ਹਾ ਕਹਿੰਦਾ ਹੋਏਗਾ। ਜਿਹੜੇ ਬਜ਼ੁਰਗ ਸਿੱਖ ਭਾਵੇਂ ਥੋੜ੍ਹੇ ਹੀ ਪਰਿਵਾਰ ਨੇ, ਜਿਹੜੇ ਨਨਕਾਣਾ ਸਾਹਿਬ ਦੇ ਵਿੱਚ ਬੈਠੇ ਨੇ, ਪੁਸ਼ਤ ਦਰ ਪੁਸ਼ਤ ਉੱਥੇ ਬੈਠੇ ਨੇ। ਸਾਡੇ ਬਹੁਤ ਸਾਰੇ ਪਰਿਵਾਰ ਠੀਕ ਹੈ ਹਿਜਰਤ ਕਰਕੇ ਆ ਗਏ, ਥੋੜ੍ਹੇ ਜਿਹੇ ਬਾਕੀ ਰਹਿ ਗਏ। ਹੁਣ ਅਸੀਂ ਕਹਿੰਦੇ ਜੀ ਪੰਥਕ ਅਰਦਾਸ ਹੈ, ਮੰਨ ਲਿਆ ਪੰਥਕ ਹੈ, ਪਰ ਉਹ ਕਿੱਦਾਂ ਕਹੇਗਾ ਕਿ ਨਨਕਾਣਾ ਸਾਹਿਬ ਦੀ ਸੇਵਾ ਮੈਨੂੰ ਦਿਓ? ਨਹੀਂ ਕਹਿ ਪਾਏਗਾ ਨਾ। ਸ਼ਾਇਦ ਉਹ ਇਹ ਕਹਿ ਪਾਵੇ ਮੈਨੂੰ ਹਰਿਮੰਦਰ ਸਾਹਿਬ ਦੇ ਦਰਸ਼ਨ ਖੁੱਲ੍ਹੇ ਬਖਸ਼ੋ, ਉਹ ਕਹਿੰਦਾ ਹੋਏਗਾ ਮੈਨੂੰ ਹਜ਼ੂਰ ਸਾਹਿਬ ਦੇ ਖੁੱਲ੍ਹੇ, ਕਿਉਂਕਿ ਉਹਦੇ ਵਾਸਤੇ ਸ਼੍ਰੀ ਦਰਬਾਰ ਸਾਹਿਬ ਆਉਣਾ ਔਖਾ ਹੈ। ਜਿਵੇਂ ਸਾਡਿਆਂ ਲਈ ਨਨਕਾਣਾ ਸਾਹਿਬ ਜਾਣਾ ਔਖਾ ਹੋ ਗਿਆ, ਉਹਨਾਂ ਲਈ ਸ਼੍ਰੀ ਦਰਬਾਰ ਸਾਹਿਬ ਆਉਣਾ ਔਖਾ ਹੋ ਗਿਆ। ਪਰ ਗੱਲ ਤਾਂ ਉੱਥੇ ਹੀ ਹੈ, ਇਹ ਸਾਡੀਆਂ ਮਨੁੱਖਾਂ ਦੀਆਂ ਵੰਡੀਆਂ ਨੇ, ਮਨੁੱਖਾਂ ਦੀਆਂ ਬਣਤਰਾਂ ਨੇ। ਇਸ ਕਰਕੇ ਭਾਈ ਅਸੀਂ ਇਹਨਾਂ ਤੋਂ ਉੱਚੇ ਉੱਠਣਾ ਹੈ। ਗੁਰਬਾਣੀ ਦਰਸ਼ਨ ਇਹਨਾਂ ਚੀਜ਼ਾਂ ਤੋਂ ਉੱਚਾ ਉਠਾਉਂਦਾ ਹੈ।
क्योंकि असीं इन्हां ਜ਼ਮੀਨੀ ਥਾਵਾਂ ਨੂੰ ਕਹਿੰਦੇ ਹਾਂ, ਲੇਕਿਨ ਸੱਚਰਣ ਗੁਰੂ ਨਾਨਕ ਨਹੀਂ ਕਹਿੰਦੇ। ਗੁਰੂ ਨਾਨਕ ਕਹਿੰਦੇ ਨੇ ਉਹਦਾ ਕੋਈ ਐਸਾ ਦੇਸ਼ ਨਹੀਂ ਜਿੱਥੇ ਤੂੰ ਧਰਤੀ 'ਤੇ ਲਕੀਰ ਤੇ ਨਿਸ਼ਾਨ ਖਿੱਚ ਕੇ ਕਹਦੇ ਨਹੀਂ ਕਿੱਥੇ ਹੈ ਜੀ, ਉਹ ਤੇਰੇ ਦਿਲ ਵਿੱਚ ਹੈ, ਉਹ ਹਰ ਥਾਂ 'ਤੇ ਹੈ। ਇਹੀ ਗੱਲ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਮਨੁਆ ਦਹਿ ਦਿਸ਼ਤਾ ਬੰਦਾ ਦੂਜੇ ਭਾਏ ਖਵਾਇਆ। ਦੂਜੇ ਭਾਵ ਨੂੰ ਜਦੋਂ ਵੀ ਗੁਰਬਾਣੀ 'ਚ ਪੜ੍ਹਾਂਗੇ ਉਹਦਾ ਮਤਲਬ ਹੈ ਮਾਇਆ, ਕਿਉਂਕਿ ਦੋ ਹੀ ਪੱਖ ਵਰਤੇ ਜਾਂਦੇ ਨੇ। ਇੱਕ ਪੱਖ ਪ੍ਰਭੂ ਜੀ ਦਾ, ਗੁਰੂ ਕਰਤੇ ਜੀ ਦਾ, ਦੂਸਰਾ ਪੱਖ ਮਾਇਆ ਦਾ। ਮਾਇਆਵੀ ਲਾਲਚਾਂ ਕਰਕੇ, ਮਾਇਆਵੀ ਕਾਰਨਾਂ ਕਰਕੇ ਅਸੀਂ ਇਸ ਨੂੰ ਇੱਕ ਸ਼ਬਦ ਹੀ ਵਰਤ ਲੈਨੇ, ਮਾਇਆ ਦੇ ਪ੍ਰਭਾਵ ਕਰਕੇ ਮਨੁੱਖ ਦਾ ਮਨ ਖਵਾਇਆ, ਖੋ ਗਿਆ, ਭਟਕ ਗਿਆ ਅਤੇ ਉਹਨਾਂ ਰਾਹਾਂ 'ਤੇ ਤੁਰ ਗਿਆ ਜਿਨ੍ਹਾਂ ਰਾਹਾਂ 'ਤੇ ਇਹਦੀ ਮੰਜ਼ਿਲ ਨਹੀਂ ਹੈ। ਤੁਰਿਆ ਤੇ ਜਾਂਦਾ ਹੈ, ਥੱਕ ਵੀ ਜਾਏਗਾ, ਟੁੱਟ ਵੀ ਜਾਏਗਾ, ਔਰ ਸ਼ਾਇਦ ਹੋ ਸਕਦਾ ਆਪਣਾ ਸਰੀਰ ਵੀ ਗਵਾ ਬੈਠੇ, ਪਰ ਮੰਜ਼ਿਲ 'ਤੇ ਨਹੀਂ ਪਹੁੰਚ ਪਾਏਗਾ, ਕਿਉਂਕਿ ਗਲਤ ਰਾਹ 'ਤੇ ਤੁਰ ਪਿਆ ਸੀ। ਗਲਤ ਰਾਹ 'ਤੇ ਤੁਰਨ ਦੇ ਨਾਲ ਜਿਤਨੀ ਮਰਜ਼ੀ ਕੋਈ ਮਿਹਨਤ ਕਰ ਲਏ, ਮੰਜ਼ਿਲ ਨਹੀਂ ਮਿਲਦੀ। ਔਰ ਇਹ ਸਦਾ ਸਾਰਿਆਂ ਲਈ ਇੱਕ ਨਿਯਮ ਹੈ। ਵਿਦਿਆਰਥੀ ਗਲਤ ਕਿਤਾਬਾਂ ਪੜ੍ਹਦਾ ਰਹੇ, ਜਿੰਨੀ ਮਰਜ਼ੀ ਰਾਤੋਂ ਰਾਤ ਜਾ ਕੇ ਪੜ੍ਹਦਾ ਰਹੇ, ਇਮਤਿਹਾਨ 'ਚ ਕਦੇ ਪਾਸ ਨਹੀਂ ਹੋ ਪਾਏਗਾ। ਅਸੀਂ ਵੀ ਚਾਹੁੰਦੇ ਹਾਂ ਅਤੇ ਜੇ ਸਾਨੂੰ ਤਰੱਕੀ ਮਿਲੇ ਅਤੇ ਗਲਤ ਰਾਹ 'ਤੇ ਤੁਰੇ ਜਾਈਏ, ਗਲਤ ਗੱਲਾਂ ਕਰਦੇ ਰਹੀਏ, ਗਲਤ ਸੰਗ ਕਰ ਲਈਏ, ਜਿੰਨਾ ਮਰਜ਼ੀ ਕਰ ਲਏ, ਕੋਈ ਅਧਿਆਤਮਕ ਤਰੱਕੀ ਨਹੀਂ ਹੋਏਗੀ। ਫਿਰ ਦੂਜੀ ਗੱਲ ਹੈ, ਇਹਨੂੰ ਸਮਝ ਕਿਉਂ ਨਹੀਂ ਆਉਂਦੀ ਵੀ ਗਲਤ ਹੈ। ਮਨਮੁਖ ਮੁਗਧ ਹਰ ਨਾਮ ਨ ਚੇਤੈ, ਬਿਰਥਾ ਜਨਮ ਗਵਾਇਆ। ਜਿਵੇਂ ਕਦੇ ਬੱਚੇ ਨੂੰ ਸਮਝ ਆਉਂਦੀ ਕਿ ਮੈਂ ਗਲਤ ਲਿਖ ਆਇਆ, ਨਹੀਂ, ਉਹ ਕਹਿੰਦਾ ਕਿ ਮੈਂ ਤਾਂ ਠੀਕ ਲਿਖ ਕੇ ਆਇਆ। ਜਦੋਂ ਵੀ ਕੋਈ ਗਲਤੀ ਕਰਦਾ ਹੈ, ਉਦੋਂ ਉਹ ਗਲਤੀ ਲੱਗਦੀ ਨਹੀਂ ਉਹਨੂੰ। ਜਦੋਂ ਗਲਤੀ ਕਰਨ ਤੋਂ ਬਾਅਦ ਵਿੱਚ ਨਤੀਜਾ ਮਿਲਦਾ ਹੈ, ਤਦ ਪਤਾ ਲੱਗਦਾ ਤੂੰ ਗਲਤੀ ਕੀਤੀ। ਫਿਲਾਸਫੀ 'ਚ ਇੱਕ ਨੁਕਤਾ ਹੈ, ਹਰ ਵਿਅਕਤੀ ਠੀਕ ਹੁੰਦਾ ਹੈ। ਦਰਸ਼ਨ ਦਾ ਫਿਲਾਸਫਿਕ ਨੁਕਤਾ ਹੈ ਕਿ ਜਦੋਂ ਕੋਈ ਕੰਮ ਕਰ ਰਿਹਾ ਹੁੰਦਾ ਨਾ, ਉਦੋਂ ਉਹਨੂੰ ਲੱਗਦਾ ਹੈ ਕਿ ਮੈਂ ਠੀਕ ਕਰ ਰਿਹਾ, ਮੈਂ ਠੀਕ ਹੀ ਕਰ ਰਿਹਾ ਹਾਂ। ਇਸੇ ਕਰਕੇ ਲੋਕ ਗਲਤੀਆਂ ਕਰਕੇ ਵੀ ਜਸਟੀਫਾਈ ਕਰਨ ਲਈ ਬਹਿਸਾਂ ਕਰਦੇ ਨੇ, ਮੁਕੱਦਮੇ ਲੜਦੇ ਨੇ, ਕਿਉਂਕਿ ਮੈਂ ਤਾਂ ਠੀਕ ਕਰ ਰਿਹਾ, ਕਿਉਂਕਿ ਉਸ ਪਲ ਉਹਨੂੰ ਲੱਗਦਾ ਕਿ ਮੈਂ ਠੀਕ ਹੀ ਕਰ ਰਿਹਾ। ਅਤੇ ਉਸ ਪਲ ਜਦੋਂ ਠੀਕ ਹੀ ਕਰ ਰਿਹਾ, ਉਹ ਮੰਨਦਾ ਨਹੀਂ ਹੈ। ਬਸ ਸਿਆਣਪ ਇਹਦੇ ਵਿੱਚ ਹੈ ਕਿ ਅਗਰ ਤੈਨੂੰ ਕੋਈ ਕਹੇ ਕਿ ਭਈ ਤੂੰ ਗਲਤ ਕਰਦਾ ਪਿਆ ਹੈ, ਅਤੇ ਇਹ ਸਮਝ ਕਹਿਣ ਵਾਲਾ ਕੌਣ ਹੈ। ਬਸ ਇਤਨਾ ਗਲਤ ਹੈ ਕਿ ਠੀਕ ਹੈ, ਅਤੇ ਬਾਅਦ 'ਚ ਪਤਾ ਲੱਗੇਗਾ, ਲੇਕਿਨ ਪਹਿਲਾਂ ਇਹ ਦੇਖ ਕਿ ਤੈਨੂੰ ਕਹਿਣ ਵਾਲਾ ਕੌਣ ਹੈ। ਅਗਰ ਕਹਿਣ ਵਾਲਾ ਤੈਨੂੰ ਪਤਾ ਹੈ ਕਿ ਬੰਦਾ ਠੀਕ ਹੈ, ਅਤੇ ਫਿਰ ਆਪਣੇ ਕੀਤੇ ਹੋਏ ਕਰਮ ਨੂੰ ਜਾਂ ਕਰਦਿਆਂ ਹੋਇਆਂ ਇਸ ਕਰਮ ਕਿਰਿਆ ਨੂੰ ਰੋਕ ਦੇ, ਕਿਉਂਕਿ ਕੋਈ ਤੈਨੂੰ ਕਹਿ ਰਿਹਾ ਹੈ ਕਿ ਤੇਰਾ ਕਰਤੱਵ ਗਲਤ ਹੈ। ਇਹ ਪਰਿਵਾਰ ਵਿੱਚ ਵਡੇਰੇ ਜੀ ਹੋ ਸਕਦੇ ਨੇ, ਕੋਈ ਹੋਰ ਹੋ ਸਕਦਾ ਹੈ, ਗੁਰੂ ਹੋ ਸਕਦਾ ਹੈ। ਕੱਲ੍ਹ ਅਸੀਂ ਜਗਤ ਗੁਰੂ ਨਾਨਕ ਸਾਹਿਬ ਦੀ ਗਾਥਾ 'ਚ ਇੱਕ ਨਿੱਕੀ ਜਿਹੀ ਗੱਲ ਪੜ੍ਹ ਰਹੇ ਸਾਂ, ਦੁਹਰਾ ਦਿਆਂ। ਮਰਦਾਨਾ ਜੀ ਕਹਿੰਦੇ ਮੈਨੂੰ ਭੁੱਖ ਲੱਗ ਗਈ। ਆ ਕਾਮਰੂਪ ਦੀ ਗੱਲ ਸੀ। ਮਰਦਾਨਾ ਕਹਿੰਦੇ ਮੈਨੂੰ ਭੁੱਖ ਲੱਗ ਗਈ, ਇਹ ਸਾਹਮਣੇ ਇੱਕ ਸ਼ਹਿਰ ਹੈ, ਦੂਰੋਂ ਇਮਾਰਤਾਂ ਨਜ਼ਰ ਆਉਂਦੀਆਂ ਨੇ, ਮੈਂ ਜਾਵਾਂ ਰੋਟੀ ਖਾਵਾਂ। ਗੁਰੂ ਨਾਨਕ ਕਹਿੰਦੇ ਨੇ ਮਰਦਾਨਿਆਂ ਨਹੀਂ, ਇਹ ਤੇਰੇ ਯੋਗ ਨਹੀਂ ਗਾ। ਸ਼ਹਿਰ 'ਤੇ ਦਿਸਦਾ ਪਿਆ ਏ, ਫਿਰ ਤੇਰੇ ਲਾਇਕ ਨਹੀਂ ਗਾ, ਤੂੰ ਨਾ ਜਾ। ਨਹੀਂ ਗਿਆ। ਅੱਗੇ ਨੂਰਸ਼ਾਰ ਕੇ ਜਾਦੂਗਰਨੀਆਂ ਮਿਲ ਗਈਆਂ, ਉਹਨਾਂ ਭੇਡੂ ਬਣਾ ਲਿਆ। ਫਿਰ ਸੋਚਦਾ ਮੈਂ ਗਲਤੀ ਕਰ ਲਈ, ਮੈਂ ਬਾਬੇ ਦਾ ਕਹਿਣਾ ਨਹੀਂ ਮੰਨਿਆ। ਫਿਰ ਇੱਕ ਫਿਲਾਸਫਿਕਲ ਬਚਨ ਵੀ ਹੈ ਕਿ ਜਿਹੜਾ ਮਨੁੱਖ ਆਪਣੇ ਵੱਡੇ ਦਾ, ਆਪਣੇ ਗੁਰੂ ਦਾ ਕਹਿਣਾ ਨਹੀਂ ਮੰਨਦਾ, ਉਹ ਭੇਡੂ ਬਣ ਜਾਂਦਾ ਹੈ, ਭਾਵ ਮੂਰਖ ਬਣਦਾ ਹੈ, ਮੇਢਾ ਬਣਦਾ ਹੈ। ਅਤੇ ਅਸੀਂ ਕਹਿੰਦੇ ਭੇਡ ਚਾਲ, ਭੇਡ ਮੇਢੂ ਬਣਨਾ ਕੀ ਹੈ? ਮੂਰਖ ਬਣ ਜਾਣਾ। ਹੁਣ ਦਿਮਾਗ ਕੰਮ ਨਹੀਂ ਕਰਦਾ, ਵੱਜ ਗਏ, ਹੁਣ ਬੰਧਨ ਪੈ ਗਏ ਨੇ, ਵਿਕਾਰਾਂ ਦੇ ਬੰਧਨ ਪੈ ਗਏ ਨੇ। ਅਸੀਂ ਕਹਿੰਦੇ ਦੇ ਗਲ ਧਾਗਾ ਬੰਨਤਾ, ਦਰਅਸਲ ਹੁਣ ਉਹ ਭੇਡੂ ਬਣ ਗਿਆ, ਮੱਤ ਮਾਰੀ ਗਈ ਹੈ, ਅਗਲਿਆਂ ਬੰਨ ਲਿਆ। ਅਸੀਂ ਵੀ ਕਿਤੇ ਮੂਰਖ ਮੁਗਧ ਨਾ ਬਣਦੇ। ਮਹਾਰਾਜ ਕੀ ਲੱਗੇ, ਕਿਉਂ ਨਹੀਂ ਮਨੁੱਖ ਮੰਨਦਾ? ਮਨਮੁਖ ਮੁਗਧਾਰ ਨਾਮ ਨਾ ਚੇਤੈ। ਮਨਮੁਖ ਬੰਦਾ ਕਦੇ ਵੀ ਆਪਣੇ ਵੱਡਿਆਂ ਦੀ ਗੱਲ ਨਹੀਂ ਜੇ ਮੰਨਦਾ, ਭਾਵੇਂ ਪਰਿਵਾਰਕ ਮੰਡਲ 'ਚ ਹੋਵੇ, ਭਾਵੇਂ ਅਧਿਆਤਮਿਕ ਮੰਡਲ 'ਚ। ਮਨਮੁਖ ਦਾ ਮਤਲਬ ਬੰਦਾ ਜਿਹੜਾ ਆਪਣੇ ਮਨ ਦੀ ਹੁੱਜ਼ਤ ਕਰਦਾ ਹੈ, ਜਿਹੜਾ ਆਪਣੇ ਮਨ ਦੀ ਖੁਸ਼ੀ ਲਈ ਜਿਉਂਦਾ ਹੈ, ਜਿਹੜਾ ਆਪਣੇ ਮਨ ਦੇ ਹੀ ਕਰਤੱਵ ਕਰਨਾ ਲੋੜਦਾ ਹੈ। ਉਹ ਆਪਣੇ ਤੋਂ ਸੀਨੀਅਰ ਦੀ, ਆਪਣੇ ਮਾਪਿਆਂ ਦੀ, ਆਪਣੇ ਵੱਡਿਆਂ ਦੀ, ਆਪਣੇ ਗੁਰੂ ਦੀ ਉਪਦੇਸ਼ ਨੂੰ, ਮੱਤ ਨੂੰ ਕਦੇ ਨਹੀਂ ਮੰਨਦਾ।
ਤੇ ਜਦੋਂ ਦੁਖੀ ਹੁੰਦਾ ਫਿਰ ਪਿੱਟਦਾ ਹੈ। ਇਸੇ ਕਰਕੇ ਸਿੱਖੀ ਦਾ ਮਤਲਬ ਹੈ ਆਪਣੇ ਗੁਰੂ ਦੀ ਗੱਲ ਮੰਨ, ਬਸ। ਹੋਰ ਸਿੱਖੀ ਕੋ ਲਿਬਾਸ ਕੱਪੜੇ ਪਾ ਕੇ ਵੱਖਰੇ ਆਡੰਬਰ ਨਹੀਂ ਗਾ। ਸਿੱਖੀ ਹੈ ਆਪਣੇ ਗੁਰੂ ਦੀ ਗੱਲ ਮੰਨ। ਜਿਵੇਂ ਵਿਦਿਆ ਕੀ ਹੈ, ਆਪਣੇ ਅਧਿਆਪਕ ਦੀ ਗੱਲ ਮੰਨ। ਕੱਪੜੇ ਭਾਵੇਂ ਜਿਸ ਮਰਜ਼ੀ ਜਿਸੇ ਸਕੂਲ 'ਚ ਪੜ੍ਹਦਾ ਮੁਬਾਰਕਾਂ, ਪਰ ਆਪਣੇ ਅਧਿਆਪਕ ਦੀ ਗੱਲ ਮੰਨ। ਜੋ ਤੈਨੂੰ ਪੜ੍ਹਾ ਰਹੇ ਆ ਉਸ ਨੂੰ ਸਮਝ। ਅਤੇ ਸਾਡਾ ਫਰਜ਼ ਹੈ, ਇਹੀ ਸਾਡਾ ਧਰਮ ਹੈ, ਅਸੀਂ ਆਪਣੇ ਗੁਰੂ ਦੀ ਗੱਲ ਮੰਨੀਏ। ਇਹੀ ਸਾਡਾ ਧਰਮ ਹੈ। ਬਾਕੀ ਸਾਡੇ ਧਰਮ ਅਸੀਂ ਜਿਹਨੂੰ ਅਸੀਂ ਬਣਾ ਬੈਠੇ ਹਾਂ, ਇਹ ਤਾਂ ਠੀਕ ਹੈ, ਸਮੇਂ ਦੇ ਨਾਲ ਸਭ ਦੇ ਬਦਲਦੇ ਅਤੇ ਆਉਂਦੇ ਅਤੇ ਜਾਂਦੇ ਰਹਿੰਦੇ। ਸਾਡਾ ਧਰਮ ਹੈ ਆਪਣੇ ਗੁਰੂ ਦਾ ਉਪਦੇਸ਼ ਮੰਨੀਏ, ਅਤੇ ਸਾਡੇ ਵਾਸਤੇ ਸਾਡੇ ਗੁਰੂ ਦਾ ਉਪਦੇਸ਼ ਗੁਰਬਾਣੀ ਹੈ। ਇਸੇ ਕਰਕੇ ਭਾਈ ਗੁਰਸਿੱਖੋ, ਗੁਰਬਾਣੀ ਨੂੰ ਸਤ ਸਤ ਕਰ ਜਾਣੋ। ਗੁਰਸਿੱਖੋ, ਕਰਤਾ ਆਪ ਮੂੰਹੋਂ ਕਢਾਏ। ਇਹ ਗੁਰਬਾਣੀ ਸਤ ਹੈ। ਹੋਰ ਕੋਈ ਦੁਨੀਆ ਦੀਆਂ ਦਲੀਲ ਗੱਲਾਂ, ਤਰਕ ਵਿਤਰਕ ਕੋਈ ਮੰਨੇ ਕੋਈ ਨਾ ਮੰਨੇ। ਕਿਸੇ ਇਤਿਹਾਸ ਦੀ ਘਟਨਾ ਨੂੰ ਤੁਸੀਂ ਕਿੱਦਾਂ ਮੰਨਦੇ ਹੋ, ਥਾਵਾਂ 'ਤੇ ਨਾਵਾਂ 'ਤੇ ਬਹਿਸ ਕਰ ਸਕਦੇ ਹਾਂ ਆਪਾਂ, ਮੁਬਾਰਕ ਹੈ, ਉਹ ਗਿਆਨ ਪ੍ਰਬੁੱਧਤਾ ਦੀ ਗੱਲ ਹੁੰਦੀ ਹੈ। ਲੇਕਿਨ ਗੁਰਬਾਣੀ ਵਾਸਤੇ ਕੋਈ ਬਹਿਸ ਦੀ ਗੁੰਜਾਇਸ਼ ਨਹੀਂ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਬਚਨ ਸਾਡੇ ਲਈ ਆਖਰੀ ਸੱਚ ਹੈ। ਇਸੇ ਕਰਕੇ ਅੱਜ ਵੀ ਸਾਡੇ ਵਿਦਵਾਨ ਵਿਅਕਤਿਤਵ ਅਤੇ ਆਮ ਸਧਾਰਨ ਜੀ ਸੰਗਤ ਵੀ ਕਹਿੰਦੇ ਕਿ ਗੁਰਬਾਣੀ 'ਚ ਇਹਦਾ ਹੈ। ਹਾਂਜੀ, ਗੁਰਬਾਣੀ ਵਿੱਚ ਹੈ ਅਤੇ ਸੱਤ ਹੈ, ਅਤੇ ਜੇ ਗੁਰਬਾਣੀ ਵਿੱਚ ਇਹਦਾ ਨਹੀਂ ਹੈ ਤਾਂ ਫਿਰ ਕੁਛ ਵੀ ਹੋ ਸਕਦਾ ਹੈ। ਉਹ ਕਿਸੇ ਵੀ ਲਿਖਿਆ ਉਸ ਦਾ ਕਿਸੇ ਦੀ ਵਕਤੀ ਤੌਰ 'ਤੇ ਠੀਕ ਹੋਏਗਾ, 2 4 10 ਲੋਕਾਂ ਲਈ ਠੀਕ ਹੋਏਗਾ, ਕਿਸੇ ਡੇਰੇ ਅਤੇ ਸੰਪਰਦਾ ਲਈ ਠੀਕ ਹੋਏਗਾ, ਪਰ ਸਾਰਿਆਂ ਲਈ ਅਲਟੀਮੇਟ ਸੱਚ ਨਹੀਂ ਹੁੰਦਾ। ਬਸ ਇਹੀ ਗੱਲ ਸਾਨੂੰ ਸਮਝਣੀ। ਮਨਮੁਖਤਾ ਦਾ ਅਤੇ ਗੁਰਮੁਖਤਾ ਦਾ ਇੰਨਾ ਕੁ ਭੇਤ ਹੈ। ਮਨਮੁਖ ਹੈ ਜੋ ਆਪਣੇ ਮਨ ਦੀ ਮਰਜ਼ੀ ਕਰਦਾ ਹੈ, ਜਿਹਦਾ ਮੁੱਖ ਫੋਕਸ ਆਪਣਾ ਮਨ ਹੈ, ਅਤੇ ਦੂਜਾ ਸ਼ਬਦ ਹੈ ਗੁਰਮੁਖ। ਗੁਰਮੁਖ ਹੋ ਜਿਹਦਾ ਮੁੱਖ ਫੋਕਸ ਮੁੱਖਤਾ ਵਿਚਾਰ ਗੁਰੂ ਹੈ। ਉਹ ਕਹਿੰਦਾ ਗੁਰੂ ਕੀ ਕਹਿੰਦੇ ਨੇ, ਦੂਜਾ ਕਹਿੰਦਾ ਮੇਰਾ ਮਨ ਕੀ ਕਹਿੰਦਾ ਹੈ। ਅਸੀਂ ਵੀ ਇੱਦਾਂ ਹੀ ਜਿਉਂਦੇ ਹਾਂ, ਘਰ ਪਰਿਵਾਰ 'ਚ ਵੀ ਇੱਦਾਂ ਹੀ ਜਿਉਂਦੇ। ਲੋਕ ਕਹਿੰਦੇ ਨੇ ਪਰਿਵਾਰ ਕੀ ਕਹਿੰਦਾ ਹੈ, ਕੋਈ ਕਹਿੰਦੇ ਨੇ ਮੇਰਾ ਮਨ ਕੀ, ਮੇਰੀ ਮਰਜ਼ੀ ਕੀ ਹੈ। ਅਸੀਂ ਕਹਿੰਦੇ ਨਹੀਂ ਭਾਈ, ਮੇਰੀ ਮਰਜ਼ੀ ਦੀ ਕੋਈ ਕੀਮਤ ਨਹੀਂ ਹੈ। ਪਰਿਵਾਰ ਦੀ ਮਰਜ਼ੀ ਚੱਲਦੀ ਪਰਿਵਾਰ ਮੰਡਲਾਂ 'ਚ, ਸਿਸਟਮ ਦੀ ਮਰਜ਼ੀ ਚੱਲਦੀ ਸੰਸਾਰ 'ਚ, ਨਹੀਂ ਅਧਿਆਤਮ 'ਚ ਗੁਰੂ ਦੀ ਮਰਜ਼ੀ ਚੱਲਦੀ ਹੈ। ਮਹਾਰਾਜ ਕਹਿਣ ਲੱਗੇ ਜਿਹੜੇ ਮਨਮੁਖ ਨੇ ਮੁਗਧ ਹੋ ਜਾਂਦੇ ਨੇ। ਮੁਗਧ ਮਤਲਬ ਮੂਰਖਤਾ ਦੇ ਘਰ ਚਲੇ ਜਾਂਦੇ ਨੇ। ਇਹ ਨਹੀਂ ਕਿ ਪੜ੍ਹੇ ਲਿਖੇ ਨਹੀਂ ਹੁੰਦੇ। ਮੁਗਧ ਇੱਕ ਅਵਸਥਾ ਹੈ ਜਿੱਥੇ ਵਿਅਕਤੀ ਜਾ ਕੇ ਆਪਣੇ ਵਿੱਚ ਹੀ ਮਸਤ ਹੋ ਜਾਂਦਾ ਹੈ। ਜਿਵੇਂ ਘੇਰਾ ਬਣਿਆ ਜਾਂਦਾ ਉਹਦੇ ਆਲੇ ਦੁਆਲੇ ਇੱਕ ਵਿਚਾਰਾਂ ਦਾ, ਉਹ ਆਪਣੇ ਉਲੀਕੇ ਹੋਏ ਵਿਚਾਰਾਂ ਨੂੰ ਹੀ ਸਹੀ ਮੰਨਣ ਲੱਗ ਪੈਂਦਾ ਅਤੇ ਦੂਜੇ ਦੇ ਵਿਚਾਰ ਮੰਨਦਾ ਨਹੀਂ। ਅਤੇ ਸਾਡੇ ਵਾਸਤੇ ਸਭ ਤੋਂ ਉੱਤਮ ਵਿਚਾਰ ਦੂਜਾ ਗੁਰੂ ਨਾਨਕ ਦਾ ਹੈ, ਨਾਮ ਨਾ ਚੇਤੈ। ਮਨਮੁਖ ਵਿਅਕਤੀ ਦੀ ਪਹਿਚਾਣ ਇਹ ਹੈ ਕਿ ਮੈਂ ਕਰ ਰਿਹਾ ਠੀਕ ਹੈ, ਕਿਉਂਕਿ ਉਹਨੂੰ ਗੁਰੂ ਕਰਤੇ ਦੇ ਨਾਮ ਦਾ, ਗੁਰੂ ਕਰਤੇ ਦੀ ਬਖਸ਼ਿਸ਼ ਦਾ, ਗੁਰੂ ਕਰਤੇ ਦੇ ਉਪਦੇਸ਼ ਦਾ, ਗੁਰੂ ਕਰਤੇ ਦੇ ਸ਼ਬਦ ਦਾ ਧਿਆਨ ਹੀ ਨਹੀਂ ਆਉਂਦਾ। ਇਹੀ ਅਸੀਂ ਪੜ੍ਹ ਰਹੇ ਹਾਂ, ਸੇਵਾ ਕਰਕੇ ਸਫਲਤਾ ਉਹੀ ਪ੍ਰਾਪਤ ਕਰਦਾ ਜੋ ਸ਼ਬਦ ਦੇ ਸਵਾਦ ਨੂੰ ਮੰਨਦਾ ਹੈ। ਅਤੇ ਮਨਮੁਖ ਵਿਅਕਤੀ ਸਭ ਕੁਝ ਕਰਦਾ ਹੈ ਪਰ ਸ਼ਬਦ ਦਾ ਸਵਾਦ ਨਹੀਂ ਮੰਨਦਾ। ਨਤੀਜਾ ਕੀ ਮਿਲਦਾ ਹੈ? ਬਿਰਥਾ ਜਨਮ ਗਵਾਇਆ। ਉਹ ਚੱਲਦਾ ਹੈ, ਮਿਹਨਤ ਮੁਸ਼ੱਕਤ ਕਰਦਾ ਹੈ, ਪਰ ਉਹਦਾ ਜੀਵਨ ਬੇਅਰਥ ਚਲਾ ਜਾਂਦਾ ਹੈ। ਜਿਵੇਂ ਕੋਈ ਤੁਰਿਆ ਫਿਰਦਾ ਹੈ, ਤੁਰਿਆ ਜਾਂਦਾ ਹੈ। ਕਦੇ ਕਦੇ ਵੇਖਦੇ ਹਾਂ ਆਪਾਂ, ਯਾਤਰਾ ਕਰਨ ਵਾਲੇ ਵਿਅਕਤੀਆਂ ਨੂੰ ਵੇਖਦੇ ਹਾਂ। ਇੱਕ ਵਿਅਕਤੀ ਕਿਸੇ ਬੱਸ ਵਿੱਚ ਸਵਾਰ ਹੁੰਦਾ ਹੈ, ਉਹਨੂੰ ਪੁੱਛੇ ਕਿੱਥੇ ਜਾਣਾ ਹੈ, ਉਹ ਦੱਸ ਦਿੰਦਾ ਫਲਾਣੇ ਥਾਂ 'ਤੇ ਫਲਾਣੇ ਅੱਡੇ 'ਤੇ ਉਤਰਨਾ, ਕਿਉਂਕਿ ਉਹਨੂੰ ਆਪਣੇ ਟਿਕਾਣੇ ਦਾ, ਅੱਡੇ ਦਾ ਪਤਾ ਹੈ। ਅਤੇ ਕੰਡਕਟਰ ਨੂੰ ਪੁੱਛੀ ਤੂੰ ਕਿੱਥੇ ਜਾਣਾ ਹੈ, ਉਹਦਾ ਤਾਂ ਕੋਈ ਅੱਡਾ ਹੀ ਨਹੀਂ ਗਾ। ਬੱਸ ਚੱਲੀਏ ਅਤੇ ਤੁਰ ਪਿਆ ਹੈ। ਬੱਸ ਡਰਾਈਵਰ ਵਾਪਸ ਲਿਆ ਕੇ ਖੁੱਡੇ ਲੈਣ ਲਗਾ ਦੇਗਾ ਤਾਂ ਉਤਰ ਜਾਏਗਾ। ਘਰੋਂ ਤੁਰਿਆ ਸੀ, ਘਰ ਹੀ ਆ ਜਾਣਾ। ਅਤੇ ਸਾਰਾ ਦਿਨ 100 200 ਮੀਲ ਚੱਲ ਵੀ ਲਿਆ। ਅਸੀਂ ਵੇਖਿਆ ਕਿ ਵੱਡੇ ਵੱਡੇ ਸ਼ਹਿਰਾਂ ਦੇ ਹੋ ਹੀ ਆਉਂਦੇ ਨੇ, ਪਰ ਜਾਣਾ ਤਾਂ ਕਿਤੇ ਵੀ ਨਹੀਂ ਨਾ ਉਹਨੇ, ਕਿਉਂਕਿ ਉਹ ਜਾ ਹੀ ਨਹੀਂ ਰਿਹਾ, ਕਿਤੇ ਥੱਕ ਰਿਹਾ ਹੈ। ਇਸੇ ਤਰ੍ਹਾਂ ਜਿਹੜੇ ਵਿਅਕਤੀ ਆਪਣੇ ਗੁਰੂ ਦਾ ਕਹਿਣਾ ਨਹੀਂ ਮੰਨ ਰਹੇ, ਬਹੁਤ ਚੱਲਦੇ ਨੇ, ਬੜੀਆਂ ਮਿਹਨਤਾਂ ਕਰਦੇ ਨੇ, ਬੜੀਆਂ ਮੁਸ਼ੱਕਤਾਂ ਕਰਦੇ ਨੇ, ਪਰ ਪ੍ਰਾਪਤੀਆਂ ਕੁਛ ਨਹੀਂ ਹੁੰਦੀਆਂ। ਜਨਮ ਬੇਅਰਥ ਚਲਾ ਜਾਂਦਾ ਹੈ। ਕੀ ਕਰੀਏ ਫਿਰ? ਸਤਿਗੁਰੂ ਕਹਿਣ ਲੱਗੇ ਕੰਮ ਹੈ ਜੇ ਕਰ ਸਕਦੇ ਹੋ ਤਾਂ। ਉਹ ਕੀ ਹੈ ਜੀ? ਸਤਿਗੁਰੂ ਭੇਟੇ ਤਾਂ ਨਾਮ ਪਏ। ਭੇਟੇ ਦਾ ਮਤਲਬ ਮੁਲਾਕਾਤ ਕਰੇ, ਮਿਲੇ।
ਜੇ ਜੀਵਨ ਵਿੱਚ ਤਰੱਕੀ ਕਰਨੀ ਹੈ, ਸਫਲਤਾ ਪ੍ਰਾਪਤ ਕਰਨੀ, ਤਾਂ ਆਪਣੇ ਸਤਿਗੁਰੂ ਨੂੰ ਮਿਲੇ। ਜਿਹੜਾ ਵੀ ਜੀ ਆਪਣੇ ਸਤਿਗੁਰੂ ਨੂੰ ਮਿਲਦਾ ਹੈ ਉਹੀ ਤਰੱਕੀ ਕਰਦਾ ਹੈ। ਇਸ ਸੂਤਰਾਤਮਕ ਪੱਖ ਨੂੰ ਆਪਣੇ ਨਿੱਜੀ ਜੀਵਨ ਤੋਂ ਲੈ ਕੇ, ਪਰਿਵਾਰਕ ਜੀਵਨ ਤੋਂ ਲੈ ਕੇ, ਵਪਾਰਕ ਜੀਵਨ ਤੋਂ ਲੈ ਕੇ, ਰਾਜਨੀਤਿਕ ਤੇ ਆਰਥਿਕ ਤੇ ਅਧਿਆਤਮਿਕ ਹਰ ਜੀਵਨ 'ਤੇ ਇਸ ਸੂਤਰ ਨੂੰ ਅਸੀਂ ਫਿਲਾਸਫੀ 'ਚ ਟਿਕਾ ਲੈਂਦੇ ਹਾਂ। ਜੇ ਵਿਦਿਆਰਥੀ ਜੀਵਨ 'ਚ ਤੇ ਆਪਣੇ ਤਾਵੀਂ ਆਪਣੇ ਗੁਰੂ ਦੀ ਮਿਲੇ, ਗੁਰੂ ਦੀ ਗੱਲ ਸੁਣੇ, ਪਰਿਵਾਰ ਵਿੱਚ ਜਿਹੜਾ ਮੁਖੀ ਉਹਦੀ ਗੱਲ ਮੰਨੇ, ਵਪਾਰ ਵਿੱਚ ਜਿਹੜਾ ਤੇਰਾ ਆਗੂ ਸਿਸਟਮ ਮੁਤਾਬਕ ਉਹਦੀ ਗੱਲ ਮੰਨੇ, ਰਾਜਨੀਤੀ ਵਿੱਚ ਆਪਣੇ ਉਸਤਾਦਾਂ ਦੀ ਗੱਲ ਮੰਨੋ, ਅਤੇ ਭਾਈ ਅਧਿਆਤਮ ਦੇ ਵਿੱਚ ਤੇ ਗੁਰੂ ਕਹਿ ਰਹੇ ਨੇ ਗੱਲ ਮੰਨੋ। ਗੱਲ ਤੇ ਅਲਟੀਮੇਟ ਕਿਸੇ ਦੀ ਮੰਨਣੀ ਪੈਣੀ ਹੈ। ਜੋ ਵੀ ਤੇਰਾ ਗੁਰੂ ਹੈ ਆਪਣੇ ਗੁਰੂ ਦੀ ਗੱਲ ਮੰਨ। ਤੇ ਅਸੀਂ ਕਹਾਂਗੇ ਸਾਡਾ ਗੁਰੂ ਕੌਣ ਹੈ? ਮੇਰਾ ਗੁਰੂ ਤੇ ਨਾਨਕ ਹੈ ਭਾਈ। ਮੇਰਾ ਗੁਰੂ ਤੇ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰੂ ਅਵਤਾਰ ਹੈ। ਬੇਸ਼ੱਕ ਅਸੀਂ ਗੁਰਬਾਣੀ ਤੁਕ ਨਹੀਂ ਹੈ, ਪਰ ਸਾਡੇ ਵਡੇਰਿਆਂ ਸਾਨੂੰ ਦੱਸਿਆ ਹੈ ਵੀ ਨਾਨਕ ਗੁਰੂ ਹੀ ਸਭ ਤੋਂ, ਨਾਨਕ ਗੁਰੂ ਹੈ ਪੂਰਾ। ਸਾਨੂੰ ਬਾਣੀ ਦੱਸਿਆ, ਸਾਨੂੰ ਕਿਹਾ ਨਾ ਬਾਣੀ ਹੀ ਗੁਰੂ ਹੈ। ਅਤੇ ਜੋ ਬਾਣੀ ਵਿੱਚ ਲਿਖਿਆ ਮੰਨਣਾ ਉਸ ਨੂੰ, ਫਿਰ ਬਾਣੀ ਨੂੰ ਪੜ੍ਹ ਕੇ ਛੱਡਦਾ ਕਿਉਂ ਹੈ? ਬਾਣੀ ਨੂੰ ਕੇਵਲ ਮੱਥਾ ਟੇਕਣ ਤੱਕ ਲਈ ਕਿਉਂ ਰੱਖ ਲਿਆਈ? ਬਾਣੀ ਨੂੰ ਪੜ੍ਹ, ਬਾਣੀ ਨੂੰ ਸੁਣ ਅਤੇ ਬਾਣੀ ਨੂੰ ਮੰਨ। ਜੋ ਗੁਰ ਕਹੈ ਸੋਈ ਭਲ ਮਾਨੋ। ਸਤਿਗੁਰੂ ਭੇਟਾ ਹੋ ਜਾਏਗਾ। ਹੋਰ ਸਤਿਗੁਰੂ ਚੂੰਕਿ ਅਰੂਪ ਹੈ, ਇਸ ਕਰਕੇ ਸਰੀਰਕ ਤੌਰ 'ਤੇ ਅਸੀਂ ਗਲਵਕੜੀ ਨਹੀਂ ਪਾ ਸਕਦੇ। ਸਤਿਗੁਰੂ ਦੇ ਚਰਨ ਭੇਟਣ ਵਾਸਤੇ ਸਾਨੂੰ ਸੁਰਤ ਮੰਡਲ ਦੀ ਯਾਤਰਾ ਕਰਨੀ ਪੈਣੀ ਹੈ, ਕਿਉਂਕਿ ਸਾਡਾ ਅਤੇ ਸਾਡੇ ਸਤਿਗੁਰੂ ਸਰੂਪ ਦਾ ਸੰਬੰਧ ਹੀ ਸ਼ਬਦ ਅਤੇ ਸੁਰਤ ਦਾ ਹੈ। ਅਸੀਂ ਪੜ੍ਹ ਲੈਂਦੇ ਹਾਂ ਸ਼ਬਦ ਗੁਰੂ ਹੈ ਅਤੇ ਸੁਰਤ ਧੁਨ ਕਰਕੇ ਚੇਲਾ ਹੈ। ਗੁਰੂ ਸ਼ਬਦ ਨਾਲ ਸਾਂਝ ਪਾਉਣ ਵਾਸਤੇ ਸੁਰਤ ਨੂੰ ਧੁਨਾਤਮਕ ਮੰਡਲ ਤੱਕ ਪ੍ਰਵੇਸ਼ ਕਰਨਾ ਪੈਣਾ, ਅਤੇ ਧੁਨਾਤਮਕ ਮੰਡਲ ਤੱਕ ਸੁਰਤ ਪ੍ਰਵੇਸ਼ ਕਰੇ ਉਹਦੇ ਵਾਸਤੇ ਸਾਨੂੰ ਲਿਵ ਚਾਹੀਦੀ ਹੈ। ਇਸੇ ਕਰਕੇ ਕਹਿੰਦੇ ਨੇ ਜਿਸ ਸਿੱਖ ਦੇ ਅੰਦਰ ਲਿਵ ਪੈਦਾ ਨਹੀਂ ਹੋ ਰਹੀ ਉਹ ਅਜੇ ਜਿੰਦ ਹੈ, ਸਰੀਰ ਵੀ ਹੈ ਪਰ ਨਿਮਾਣਾ ਜੇ ਕੁਛ ਵੀ ਪੱਲੇ ਤੇ ਨਹੀਂ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਝੋਂ ਕਿਆ ਕਰੇ ਵਿਚਾਰੀਆ। ਅਤੇ ਲਿਵ ਚੇਤਾ ਰੱਖਣਾ ਪੈਦਾ ਕਰਨੀ ਪੈਂਦੀ ਹੈ। ਇਹ ਲਿਵ ਕਤਾਰ ਦੀ ਨਿਆਏ ਹੁੰਦੀ ਹੈ। ਆਪਣੇ ਧਿਆਨ ਨੂੰ ਕਿਤੇ ਟਿਕਾਣਾ ਪੈਂਦਾ ਅਤੇ ਧਿਆਨ ਨੂੰ ਟਿਕਾ ਕੇ ਪ੍ਰਪੱਕ ਕਰਨਾ ਪੈਂਦਾ। ਧਿਆਨ ਜਿਵੇਂ ਅਸੀਂ ਸ਼ਬਦ ਭਾਸ਼ਾ ਪ੍ਰਤੀ ਪੱਕ ਗਏ ਨਾ, ਹੁਣ ਸਾਨੂੰ ਪੰਜਾਬੀ ਸਮਝ ਆਉਂਦੀ ਹੈ। ਬੱਚਿਆਂ ਨੂੰ ਜਿਹੜੇ ਆਪ ਬਹੁਤੀ ਅੰਗਰੇਜ਼ੀ ਪੜ੍ਹੀ ਅੰਗਰੇਜ਼ੀ ਸਮਝ ਆਉਂਦੀ ਹੈ, ਪਰ ਚੇਤਾ ਰੱਖਣਾ ਜੇ ਅੰਗਰੇਜ਼ੀ ਪੰਜਾਬੀ ਤੋਂ ਕੋਈ ਤੀਸਰੀ ਭਾਸ਼ਾ ਬੋਲੇ ਤੇ ਸਮਝ ਨਹੀਂ ਆਉਂਦੀ ਨਾ। ਬੋਲਦਾ ਤੇ ਹੈ, ਸ਼ਬਦ ਤੇ ਵੀ ਬੋਲਦਾ ਹੈ, ਕਿਉਂਕਿ ਉਹ ਸਾਡਾ ਧਿਆਨ ਨਹੀਂ ਗਾ। ਇਸੇ ਤਰ੍ਹਾਂ ਅਸੀਂ ਆਪਣੇ ਧਿਆਨ ਨੂੰ ਲਿਵ ਦੇ ਸਦਕੇ ਪਕਾਉਣਾ ਹੁੰਦਾ, ਅਤੇ ਜਦੋਂ ਧਿਆਨ ਪੱਕ ਜਾਂਦਾ ਹੈ ਫਿਰ ਮਨ ਟਿਕ ਜਾਂਦਾ ਹੈ। ਸਤਿਗੁਰੂ ਭੇਟਾ ਹੈ ਅਤੇ ਫਿਰ ਕੀ ਮਿਲਦਾ ਹੈ? ਸਤਿਗੁਰੂ ਨੂੰ ਮਿਲਣ 'ਤੇ ਕੀ ਮਿਲੇਗਾ? ਨਾਉ ਪਾਏ। ਯਾਦ ਰੱਖਣਾ, ਨਾਮ ਕੋਈ ਪਦਾਰਥ ਥੋੜ੍ਹਾ ਵੀ ਇੱਥੇ ਆਏ ਅਤੇ ਦੁਕਾਨ ਤੋਂ ਲੈ ਗਏ, ਇੰਨੇ ਪੈਸੇ ਖਰਚ ਕਰਾਂਗੇ ਅਤੇ ਨਾਮ ਮਿਲ ਜਾਏਗਾ, ਇੰਨੇ ਪ੍ਰਕਾਰ ਦੇ ਪਦਾਰਥ ਵੰਡ ਦਿਆਂਗੇ ਅਤੇ ਨਾਮ ਮਿਲ ਜਾਏਗਾ। ਨਹੀਂ, ਨਾਮ ਤੇ ਸ਼ਬਦ ਸਦਕੇ ਮਿਲੇਗਾ, ਅਤੇ ਸ਼ਬਦ ਨਾਲ ਸੰਬੰਧ ਸੁਰਤ ਕਰਕੇ ਹੋਣਾ। ਜੇ ਸੁਰਤ ਅਤੇ ਸ਼ਬਦ ਦੇ ਵਿਚਕਾਰ ਇੱਕ ਲਿਵ ਹੈ। ਜਿਵੇਂ ਅਸੀਂ ਕਦੇ ਕਦੇ ਕਹਿੰਦੇ ਨਾ, ਦੁਨੀਆ ਦੇ ਬਹੁਤ ਸਾਰੇ ਚੀਜ਼ਾਂ ਨੂੰ ਸਮਝਣਾ ਹੋਵੇ, ਜਿਵੇਂ ਇਸ ਮਾਈਕ ਤੋਂ ਸਪੀਕਰ ਦੇ ਵਿੱਚ ਇੱਕ ਤਾਰ ਹੈ, ਅਤੇ ਜੇ ਮਾਈਕ ਅਤੇ ਸਪੀਕਰ ਦੇ ਵਿੱਚ ਤਾਰ ਨਾ ਹੋਵੇ ਤਾਂ ਆਵਾਜ਼ ਨਹੀਂ ਗੂੰਜੇਗੀ। ਕੈਮਰੇ 'ਤੇ ਲੈ ਕੇ ਮੇਰੇ ਤੱਕ ਵਿਚਕਾਰ ਇੱਕ ਤਾਰ ਹੈ, ਤਾਂ ਇਹ ਆਵਾਜ਼ ਉਹ ਕੈਚ ਹੋ ਰਹੀ, ਨਹੀਂ ਤਾਂ ਨਹੀਂ ਹੋਗੀ। ਜਾਂ ਫਿਰ ਤੇਰਾ ਸਿਸਟਮ ਦੂਸਰਾ ਹੋਵੇ ਜੋ ਵਾਇਰਲੈਸ ਹੋਵੇ, ਪਰ ਸਿਸਟਮ ਤਾਂ ਫਿਰ ਵੀ ਚਾਹੀਦਾ ਨਾ। ਉਹਦੇ ਵਿੱਚ ਫਿਰ ਵੀ ਕੋਈ ਕਰੰਟ, ਕੋਈ ਤਾਰ ਕੋਈ ਹੈ, ਦਿਸ ਰਹੀ ਕਿ ਨਹੀਂ ਦਿਸ ਰਹੀ, ਪਰ ਚੇਤਰਣਾ। ਇਸੇ ਤਰ੍ਹਾਂ ਜੋ ਸਾਡੇ ਅਤੇ ਸਾਡੇ ਗੁਰੂ ਸ਼ਬਦ ਦੇ ਵਿੱਚ ਹੈ ਉਹ ਲਿਵ ਹੈ। ਉਹ ਸਰੀਰ ਕਰਕੇ ਨਹੀਂ ਉੱਠਣੀ, ਉਹ ਸਾਡੀ ਸੁਰਤ 'ਚੋਂ ਉੱਠਣੀ ਹੈ, ਪਹੁੰਚਣੀ ਸ਼ਬਦ ਤੱਕ ਹੈ। ਉਹਨੂੰ ਕਹਿੰਦੇ ਲਾਏ ਰਹਾਂ ਲਿਵ ਤਾਰ। ਕਿੱਦਾਂ ਲਿਵ ਲੱਗੇਗੀ? ਅਸੀਂ ਕਹਾਂਗੇ ਲਿਵ ਕਿਵੇਂ ਲੱਗੇਗੀ? ਅਤੇ ਬੜਾ ਪਿਆਰਾ ਜਿਹਾ ਬਚਨ ਆਪਣੇ ਪੜ੍ਹਾ, ਆਖ ਆਖ ਰਹੇ ਲਿਵ ਲਾਏ। ਆਖ ਆਖ ਕੇ, ਅਤੇ ਆਖਣ ਦਾ ਮਤਲਬ ਕੀ ਹੈ? ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਆਖਾਂਗੇ ਅਤੇ ਲਿਵ ਲੱਗੇਗੀ। ਕਿਹਨੂੰ ਆਖਾਂਗੇ? ਕੀ ਆਖਾਂਗੇ? ਜਿਸ ਦਾ ਨਾਂ ਲੈ ਰਹੇ ਹਾਂ ਉਸ ਨੂੰ ਬੁਲਾ ਰਹੀਏ। ਅਸੀਂ ਵੀ ਘਰ ਪਰਿਵਾਰ 'ਚ ਵੇਖਿਆ ਨਾ, ਨਿੱਕਾ ਜਿਹਾ ਬਾਲਕਾ ਮਾਂ ਮਾਂ ਮੰਮੀ ਜੋ ਸ਼ਬਦ ਕਹਿੰਦਾ ਹੈ, ਕਿਹਨੂੰ ਆਖ ਰਹੇ? ਮਾਂ ਨੂੰ ਕਹਿ ਰਹੇ ਹੈ। ਅਤੇ ਫਿਰ ਦੂਰ ਦੁਰਾਡੇ ਭਾਵੇਂ ਕਿਸੇ ਹੋਰ ਦੇ ਕੰਨਾਂ 'ਚੋਂ ਆਵਾਜ਼ ਪਹੁੰਚੇ ਕਿ ਨਾ ਪਹੁੰਚੇ,
ਮਾਂ ਦੇ ਕੰਨਾਂ 'ਚ ਪਹੁੰਚ ਜਾਂਦੀ ਹੈ। ਉਹਦੀ ਸ਼ਬਦ ਨਹੀਂ ਗੂੰਜ ਰਿਹਾ। ਕਈ ਵਾਰ ਅਸੀਂ ਵੇਖਿਆ ਹੋਣਾ ਨਾ, ਆ ਜਿਹੜੀਆਂ ਇਸ ਮਾਵਾਂ ਇਸ ਚੱਕਰ 'ਚੋਂ ਸਾਰੇ ਗੁਜ਼ਰੇ ਲੰਘੇ ਹੋਣੇ, ਛੋਟਾ ਬਾਲਕਾ ਰੋਵੇ, ਕਿਸੇ ਨੂੰ ਨਹੀਂ ਪਤਾ ਲੱਗਦਾ, ਪਰ ਮਾਂ ਨੂੰ ਕਲਪਨਾ ਧੜਕਣ ਪੈਦਾ ਹੁੰਦੀ ਹੈ, ਬੱਚਾ ਰੋ ਰਿਹਾ ਭੱਜ ਜਾਂਦੀ। ਕਿਉਂ? ਕਿ ਉਹਦੀ ਲਿਵ ਉੱਥੇ ਟਿੱਕੀ ਹੋਈ ਹੈ, ਉਹਦੇ ਅੰਦਰ ਲਿਵਤਾਰ ਹੈ। ਇਸੇ ਤਰ੍ਹਾਂ ਸਾਡੇ ਗੁਰੂ ਦੇ ਨਾਲ ਹੁੰਦੇ। ਅਸੀਂ ਇੱਕ ਸਾਖੀ ਸੁਣੀ ਪਿਛਲੇ ਦਿਨਾਂ 'ਚ, ਆਪਾਂ ਪੜ੍ਹ ਰਹੇ ਸਾਂ। ਮਨਸੁਖ ਜੀ ਜਹਾਜ਼ ਡੁੱਬ ਰਿਹਾ ਹੈ, ਦਿਸ ਰਿਹਾ ਕਿ ਹੁਣ ਮੇਰਾ ਜਹਾਜ਼ ਬਚਣਾ ਨਹੀਂ ਹੈ। ਖੜੇ ਹੋ ਕੇ ਅਰਦਾਸ ਕਰਨ ਲੱਗੇ ਨੇ, ਅਤੇ ਉਹ ਅਰਦਾਸ ਗੁਰੂ ਨਾਨਕ ਦੇ ਚਰਨਾਂ 'ਚ ਪਹੁੰਚ ਰਹੀ ਹੈ। ਰਾਜਾ ਸ਼ਿਵਨਾਭਣ ਬੈਰਾਗ ਦੀ ਅਵਸਥਾ 'ਤੇ ਆ ਗਿਆ ਹੈ। ਹੁਣ ਗੁਰੂ ਨਾਨਕ ਜੀ ਤੇਰੇ ਦਰਸ਼ਨਾਂ ਤੋਂ ਬਿਨਾਂ ਜੀਵਨ ਔਖਾ ਹੈ। ਉਹ ਲਿਵਤਾਰ ਦੀ ਸ਼ਬਦ ਦੀ ਭੇਟ, ਸ਼ਬਦ ਦੀ ਟੁਣਕ ਗੁਰੂ ਨਾਨਕ ਦੇ ਚਰਨਾਂ ਤੱਕ ਪਹੁੰਚ ਗਈ ਹੈ। ਗੁਰੂ ਨਾਨਕ ਸਦਕੇ ਕਹਿੰਦੇ ਨੇ, ਮਰਦਾਨਿਆ ਕੋਈ ਪਿਆਰਾ ਬੁਲਾ ਰਿਹਾ ਹੈ, ਸਾਨੂੰ ਘਰੋਂ ਜਾਣਾ ਪੈਣਾ ਹੈ। ਉਹ ਲਿਵ ਦੀ ਜੋ ਤਾਰ ਹੈ ਨਾ, ਉਹ ਪਹੁੰਚ ਜਾਂਦੀ ਜਿਸ ਨੂੰ ਬੁਲਾ ਰਹੇ ਹੋ। ਅਤੇ ਕਹਿਣ ਲੱਗੇ ਸਤਿਗੁਰ ਭੇਟੇ। ਉਹੀ ਨਾਮ ਹੈ, ਪ੍ਰਾਪਤੀ ਜੋ ਇੱਕ ਦੂਜੇ ਦੀ ਹੈ। ਅਸੀਂ ਅਰਦਾਸ ਕਰਦੇ ਹਾਂ, ਉੱਧਰੋਂ ਨਾਮ ਦੀ ਦਾਤ ਵਰਤਦੀ ਹੈ। ਜਦੋਂ ਇਹ ਕਲਾ ਕਿਸੇ ਪ੍ਰਤੀ ਵਰਤਣ ਲੱਗ ਪੈਂਦੀ ਹੈ, ਜਦੋਂ ਸਿੱਖ ਦਾ ਸੁਰਤ ਕਰਕੇ ਆਪਣੇ ਗੁਰੂ ਸ਼ਬਦ ਨਾਲ ਸੰਬੰਧ ਸਥਾਪਿਤ ਹੋ ਜਾਂਦਾ ਹੈ, ਜਿਵੇਂ ਆਪਾਂ ਆ 2-4 ਨੰਬਰ ਆਪਣੇ ਡਿਵਾਈਸ 'ਤੇ ਦਬਾਉਂਦੇ ਹਾਂ, ਕੁਝ ਸਮਾਂ ਸਰਚਿੰਗ ਤੋਂ ਬਾਅਦ ਵਿੱਚ ਸੰਪਰਕ ਸਥਾਪਿਤ ਹੋ ਜਾਂਦੇ। ਸ਼ਬਦ ਲਿਖਿਆ ਕਿ ਕਨੈਕਟਿੰਗ ਸ਼ਬਦ ਲਿਖਿਆ ਜਾਂਦਾ ਹੈ, ਜੁੜ ਗਿਆ ਹੈ। ਇਸੇ ਤਰ੍ਹਾਂ ਸਾਨੂੰ ਵੀ ਕੁਝ ਸਮਾਂ ਸਰਚ ਕਰਨਾ ਪੈਣਾ ਵਾਹਿਗੁਰੂ 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 ਲਈ। ਫਿਰ ਇੱਕ ਸਮਾਂ ਆਉਂਦਾ ਹੈ ਜਦੋਂ ਲਿਵ ਜੁੜ ਜਾਂਦੀ ਹੈ, ਕਨੈਕਟ ਹੋ ਜਾਈਦਾ ਹੈ। ਗੁਰ ਕਿਰਪਾ ਕਰੇ ਸਾਡੀ ਸਾਰਿਆਂ ਦੀ ਲਿਵ ਜੁੜੇ, ਕਨੈਕਟ ਹੋ ਜਾਈਏ, ਅਤੇ ਫਿਰ ਕਨੈਕਟ ਹੋ ਜਾਵਾਂਗੇ ਅਤੇ ਫਿਰ ਟਿਕਾਓ ਬਣ ਜਾਏਗਾ। ਫਿਰ ਕੀ ਹੋਏਗਾ? ਜਦੋਂ ਕਿਤੇ ਉਸ ਪਾਸੇ ਸੁਰਤ ਉੱਚੀ ਉੱਠੇਗੀ, ਕਿੱਦਾਂ ਪਤਾ ਲੱਗੇ ਕਿ ਮੇਰੇ ਅਤੇ ਮੇਰੇ ਗੁਰੂ ਦਾ ਸੰਬੰਧ ਸਥਾਪਿਤ ਹੋ ਰਿਹਾ ਹੈ। ਕਹਿਣ ਲੱਗੇ ਹਉਮੈ ਮੋਹ ਚੁਕਾਇਆ, ਉਦੋਂ ਸਾਡੇ ਮਨ 'ਚੋਂ ਹਉਮੈ ਦਾ ਦੁਸ਼ਪ੍ਰਭਾਵ ਅਤੇ ਮੋਹ ਦਾ ਵਿਕਾਰ ਜਿਹੜਾ ਹੈ ਇਹ ਮਿਟਣ ਲੱਗ ਪਏਗਾ। ਆਪਣੇ ਅੰਦਰ ਜਦੋਂ ਸਮਝ ਆ ਜਾਏ ਕਿ ਮੇਰੀ ਹਉਮੈ ਘਟ ਰਹੀ ਹੈ, ਇਹ ਚੇਤਾ ਰੱਖਣਾ, ਇਹ ਆਪਣੇ ਆਪ ਨੂੰ ਹੌਲੀ ਹੌਲੀ ਅਹਿਸਾਸ ਹੋਣ ਲੱਗ ਪੈਂਦਾ ਹੈ। ਹਉਮੈ ਮਜ਼ਬੂਤ ਹੈ, ਹਉਮੈ ਮਿਟੇਗੀ ਅਤੇ ਸਾਡੇ ਉੱਤੇ ਜੇ ਮੋਹ ਮਾਇਆ ਦਾ ਪ੍ਰਭਾਵ ਹੈ ਇਹ ਘਟਣ ਲੱਗ ਪਏਗਾ। ਮਹਾਰਾਜ ਕਹਿਣ ਲੱਗੇ ਸਤਿਗੁਰੂ ਨੂੰ ਮਿਲਣ ਦਾ ਮਤਲਬ ਪਹਿਚਾਨ ਹੀ ਇੱਕ ਹੈ ਕਿ ਇਸ ਦੇ ਅੰਦਰੋਂ ਹਉਮੈ ਅਤੇ ਮੋਹ ਮਾਇਆ ਦਾ ਪ੍ਰਭਾਵ ਘਟੇਗਾ। ਹੌਲੀ ਹੌਲੀ ਇਹਦਾ ਚਿੱਤ ਨਿਰਮਲ ਹੋਣ ਲੱਗ ਪਏਗਾ। ਉਹਦੇ ਵਾਸਤੇ ਕੀ ਕਰਨਾ ਹੈ? ਕੌਣ ਨੇ ਜੀ ਇਹ? ਕਹਿਣ ਲੱਗੇ ਹਰਿਜਨ ਸਾਚੇ। ਇਹ ਉਹ ਨੇ ਜਿਨ੍ਹਾਂ ਦੇ ਅੰਦਰ ਇਹ ਹਉਮੈ ਅਤੇ ਮੋਹ ਦਾ ਵਿਕਾਰ ਘਟਿਆ, ਉਹੀ ਹਰੀ ਜਨ ਨੇ। ਬਾਕੀ ਕਹਿਣ ਨੂੰ ਬਹੁਤ ਸਾਰੇ ਆਪਣੇ ਨੂੰ ਹਰੀ ਦੇ ਭਗਤ, ਹਰੀ ਦੇ ਜਨ ਕਹਿ ਸਕਦੇ ਹਾਂ, ਸਾਰੇ ਅਸੀਂ ਕਹਿ ਲੈਂਦੇ ਹਾਂ, ਪਰ ਅਸਲੀਅਤ ਵਿੱਚ ਹਰੀ ਜਨ ਪ੍ਰਮਾਤਮਾ ਦੇ ਪਿਆਰੇ ਉਹ ਨੇ ਜਿਨ੍ਹਾਂ ਨੇ ਆਪਣੇ ਅੰਦਰ ਦੀ ਹਉਮੈ ਨੂੰ ਮਿਟਵਾ ਲਿਆ, ਜਿਨ੍ਹਾਂ ਦੇ ਅੰਦਰ ਹਉਮੈ ਗੁਰੂ ਸ਼ਬਦ ਦੇ ਸਦਕੇ ਮਿਟ ਗਈ ਹੈ, ਉਹ ਪ੍ਰਭੂ ਦੇ ਪਿਆਰੇ ਹਰਿ ਜਨ ਸਾਚੇ, ਉਹ ਨੇ ਹਰੀ ਜਨ ਸਾਚੇ। ਅਸੀਂ ਦਾਵਾ ਸਾਰੇ ਕਹਿੰਦੇ ਹਾਂ ਕਿ ਮੈਂ ਵੀ ਸੱਚਾ ਹਾਂ ਜੀ, ਮੈਂ ਵੀ ਬੜਾ ਸੱਚਾ ਹਾਂ, ਮੈਂ ਵੀ ਸੱਚਾ ਹਾਂ। ਨਹੀਂ, ਪਰ ਅਸੀਂ ਸੱਚੇ ਤੇ ਤਦ ਹੀ ਆ ਨਾ ਜਦੋਂ ਆਪਣੇ ਗੁਰੂ ਦੀ ਕਚਹਿਰੀ 'ਚ ਸੱਚੇ ਸਾਬਤ ਹੋਣੇ। ਜਿਵੇਂ ਸਾਡੀ ਸਮਾਜਿਕ ਵਿਚਾਰਧਾਰਾ 'ਚ ਜੋ ਅਸੀਂ ਕਾਨੂੰਨਨ ਜੁਡੀਸ਼ਲੀ 'ਚ ਲੱਭਦੇ ਪੜ੍ਹਦੇ ਹਾਂ, ਕਿਸੇ ਵਿਅਕਤੀ ਤੋਂ ਕੋਈ ਗਲਤੀ ਹੋਈ, ਕੋਈ ਕਿਸੇ ਗੁਨਾਹ ਕੀਤਾ, ਅਤੇ ਕਾਨੂੰਨੀ ਭਾਸ਼ਾ 'ਚ ਕੀ ਕਹਿੰਦੇ ਹੋ? ਅਜੇ ਅਦਾਲਤ ਵਿੱਚ ਗੁਨਾਹਗਾਰ ਸਾਬਤ ਥੋੜ੍ਹਾ ਹੋ ਗਿਆ। ਜਿੰਨਾ ਚਿਰ ਅਦਾਲਤ ਵਿੱਚ ਗੁਨਾਹਗਾਰ ਸਾਬਤ ਨੇ, ਗੁਨਾਹਗਾਰ ਨਹੀਂ। ਅਤੇ ਜੇ ਕਿਸੇ ਗੁਨਾਹ ਨਹੀਂ ਕੀਤਾ ਪਰ ਅਦਾਲਤ ਵਿੱਚ ਸਾਬਤ ਹੋ ਗਿਆ, ਅਤੇ ਸਰਕਾਰ ਅਤੇ ਦੇਸ਼ ਕੌਮ ਨੂੰ ਗੁਨਾਹਗਾਰ ਮੰਨਦੀ ਹੈ। ਉਹ ਗੁਨਾਹਗਾਰ ਹੈਗਾ ਕਿ ਨਹੀਂ ਕੋਈ ਮਾਇਨੇ ਨਹੀਂ, ਪਰ ਅਦਾਲਤ ਵਿੱਚ ਸਾਬਤ ਹੋ ਗਿਆ ਇਹਨੇ ਗੁਨਾਹ ਕੀਤਾ ਹੈ, ਅਤੇ ਸਾਰੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਅਦਾਲਤ ਵਿੱਚ ਨਿਰਦੋਸ਼ ਸਾਬਤ ਹੋ ਗਿਆ, ਉਸਨੇ ਗੁਨਾਹ ਕੀਤਾ ਕਿ ਨਹੀਂ ਕੋਈ ਮਾਇਨੇ ਨਹੀਂ, ਪਰ ਸਰਕਾਰ ਉਸ ਨੂੰ ਨਿਰਦੋਸ਼ ਮੰਨ ਲੈਂਦੀ ਹੈ। ਹੁਣ ਆਪਣੇ ਬਾਰੇ ਦੇਖੀਏ, ਅਸੀਂ ਦੋਸ਼ੀ ਹਾਂ ਜਾਂ ਨਹੀਂ। ਅਸੀਂ ਲੱਖ ਵਾਰ ਕਹੀ ਜਾਈਏ ਮੈਂ ਗੁਨਾਹ ਕੀਤਾ, ਮੈਂ ਨਹੀਂ ਕੀਤਾ, ਕੋਈ ਕਹਿੰਦਾ ਜੀ ਨਹੀਂ ਕੀਤਾ, ਲੱਖ ਵਾਰ ਕਹੀ ਜਾਈਏ, ਕਿਉਂਕਿ ਗੁਨਾਹ ਕਰਨ ਵਾਲਾ ਤਾਂ ਕਦੇ ਕਹਿੰਦਾ ਹੀ ਨਹੀਂ ਕਿ ਮੈਂ ਗੁਨਾਹ ਕੀਤਾ। ਕੀ ਅਦਾਲਤ ਵਿੱਚ ਦੋਸ਼ੀ ਸਾਬਤ ਹੁੰਦੇ ਹੋ ਜਾਂ ਅਦਾਲਤ ਵਿੱਚ ਨਿਰਦੋਸ਼ ਸਾਬਤ ਹੁੰਦੇ ਹੋ? ਅਤੇ ਅਸੀਂ ਮੰਨਦੇ ਹਾਂ ਕਿ ਆ ਸਰਕਾਰਾਂ 'ਤੇ ਫਿਰ ਵੀ ਝੂਠ ਸੱਚ ਚੱਲ ਜਾਂਦਾ ਹੋਵੇਗਾ, ਪਰ ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਮਾ ਲਿਆ। ਉਸ ਸੱਚੀ ਅਦਾਲਤ ਵਿੱਚ ਸੱਚ ਹੀ ਨਿਬੜਦਾ ਹੈ। ਅਤੇ ਮਹਾਰਾਜ ਕਹਿੰਦੇ ਕਿ ਫਿਰ ਉਸ ਅਦਾਲਤ ਵਿੱਚ ਜੋ ਸੱਚੇ ਸਾਬਤ ਹੋ ਜਾਂਦੇ ਨੇ
ਉਹੀ ਸੱਚੇ ਹੁੰਦੇ ਨੇ ਤੇ ਉਹੀ ਸਾਚੇ ਹੁੰਦੇ ਨੇ, ਉਹਨਾਂ ਨੂੰ ਹੀ ਸਚਿਆਰ ਕਿਹਾ ਜਾਂਦਾ ਹੈ। ਮੈਂ ਨਹੀਂ ਕਹਿੰਦਾ, ਆਪਣੇ ਬਚਨ ਪੜ੍ਹਿਆ ਹੋਣਾ, ਪੱਲੇ ਸਾਚ, ਜਿਨ੍ਹਾਂ ਦੇ ਪੱਲੇ ਸੱਚ ਹੈ, ਪੱਲੇ ਸਾਚ, ਸੱਚੇ ਸਚਿਆਰਾ, ਜਿਹੜੇ ਪ੍ਰਭੂ ਦੀ ਦਰਗਾਹ 'ਚ ਸੱਚੇ ਸਾਬਤ ਹੋ ਗਏ। ਅਤੇ ਕਿਉਂਕਿ ਪ੍ਰਭੂ ਦੀ ਦਰਗਾਹ 'ਤੇ ਇੱਕੋ ਹੀ ਪੈਮਾਨਾ, ਸੱਚ ਦਾ ਹੀ ਪੈਮਾਨਾ ਹੈ, ਉੱਥੇ ਤੇ ਸੱਚ ਹੀ, ਸੱਚ ਹੀ ਸੱਚ ਨਿਬੜਾ ਹੈ। ਅਤੇ ਹਰੀ ਜਨ ਉੱਥੇ ਸੱਚੇ ਸਾਬਤ ਹੁੰਦੇ ਨੇ, ਜਿਨ੍ਹਾਂ ਦੇ ਪੱਲੇ ਸੱਚ ਹੈ ਸਾਬਤ ਹੋ ਜਾਂਦੇ ਨੇ, ਅਤੇ ਉਹ ਹਰੀ ਜਨ ਹੁੰਦੇ ਨੇ। ਫਿਰ ਕੀ ਕਰਦੇ ਨੇ ਜੀ? ਹਰ ਜਨ ਸਾਚੇ ਸਾਚ ਕਮਾਵੇਂ, ਉਹ ਸੱਚ ਦੀ ਕਮਾਈ ਕਰਦੇ ਨੇ। ਸੱਚ ਦੀ ਕਮਾਈ ਕੋਈ ਵੱਖਰੀ ਥੋੜ੍ਹਾ ਹੈ। ਕਮਾਈ ਤੇ ਕਿਰਤਾਂ ਤੇ ਇਹੀ ਨੇ, ਹੱਟੀ ਪੱਟੀ ਕਰੋਗੇ, ਨੌਕਰੀ ਕਰੋਗੇ, ਖੇਤੀ ਕਰੋਗੇ, ਕੰਮ ਤੇ ਇਹਨੇ ਕੋ ਨੇ ਨਾ। ਸੰਸਾਰ ਵਿੱਚ ਉਪਜੀਵਕਾ ਦੇ 3-4 ਪੱਖ ਹੀ ਨੇ, ਵੀ ਖੇਤੀ ਕਰੋਗੇ, ਵਪਾਰ ਕਰ ਲੋਗੇ ਜਾਂ ਨੌਕਰੀ ਕਰ ਲੋਗੇ। ਪਰ ਫਿਰ ਜੋ ਕੁਝ ਵੀ ਵਿਅਕਤੀ ਕਰੇਗਾ ਸੱਚਾ ਕਰੇਗਾ, ਉਹਦਾ ਵਪਾਰ ਸੱਚਾ ਹੋਏਗਾ, ਉਹਦੀ ਖੇਤੀ ਸੱਚੀ ਸੁੱਚੀ ਹੋਏਗੀ, ਉਹਦੀ ਨੌਕਰੀ ਸੱਚੀ ਸੁੱਚੀ ਹੋਏਗੀ, ਕੁਝ ਛਲ ਕਪਟ ਨਹੀਂ ਹੋਏਗਾ, ਖੋਟ ਨਹੀਂ ਹੋਏਗਾ। ਅਤੇ ਅਸੀਂ ਇਹੀ ਤਾਂ ਗੱਲ ਸਮਝਣੀ ਹੈ। ਗੁਰਸਿੱਖੀ ਦੇ ਮਾਇਨੇ ਕੋਈ ਲਿਬਾਸ ਧਾਰਤਾ ਨਹੀਂ ਹੈ। ਗੁਰਸਿੱਖੀ ਦੇ ਮਾਇਨੇ ਕਿਸੇ ਵੱਖਰੇ ਦੇਸ਼ ਦੇ ਨਿਵਾਸੀ ਹੋਣਾ ਨਹੀਂ ਹੈ। ਗੁਰਸਿੱਖੀ ਦੇ ਮਾਇਨੇ ਕਿਸੇ ਵੱਖਰੀ ਸੰਪਰਦਾ ਦੇ ਸਦੱਸ ਮੈਂਬਰ ਬਣਨਾ ਨਹੀਂ ਹੈ। ਗੁਰਸਿੱਖੀ ਦੇ ਮਾਇਨੇ ਸੱਚੇ ਹੋਣਾ ਹੈ। ਤੁਸੀਂ ਕੀ ਕਰਦੇ ਹੋ? ਉਹ ਸੱਚੇ ਹੋ ਕੇ ਕਰਦੇ ਹੋ। ਜੋ ਕੁਝ ਵੀ ਕਰਦੇ ਹੋ ਕੀ ਸੱਚੇ ਹੋ? ਬਸ ਇੰਨਾ ਹੀ ਸਵਾਲ ਹੈ। ਜੋ ਕੁਛ ਵੀ ਕਰਦੇ ਹੋ, ਜੋ ਵੀ ਕਿਰਤ ਕਰਦੇ ਹੋ, ਜੋ ਵੀ ਕਮਾਈ ਕਰਦੇ ਹੋ, ਅਗਰ ਸੱਚੀ ਸੁੱਚੀ ਕਰਦੇ ਹੋ ਤੇ ਗੁਰਸਿੱਖ ਹੋ, ਅਤੇ ਅਗਰ ਤੁਸੀਂ ਛਲ ਕਪਟ ਕਰਦੇ ਹੋ, ਬੇਈਮਾਨੀ ਕਰਦੇ ਹੋ, ਧੋਖਾ ਕਰਦੇ ਹੋ, ਤੁਸੀਂ ਕੁਛ ਹੋਰ ਹੋ ਸਕਦੇ ਹੋ, ਪਰ ਸਿੱਖ ਨਹੀਂ ਹੋ ਸਕਦੇ। ਕੁਛ ਵੀ ਹੋ ਸਕਦੇ ਹੋ ਤੁਸੀਂ, ਸੰਸਾਰ ਦੇ ਵੱਡੇ ਤੋਂ ਵੱਡੇ ਅਹੁਦੇ 'ਤੇ ਜਾ ਸਕਦੇ ਹੋ, ਧਰਮ ਦਾ ਲਿਬਾਸ ਪਾ ਸਕਦੇ ਹੋ, ਵੱਡੇ ਵੱਡੇ ਸਿਰਪਾਓ ਲੈ ਸਕਦੇ ਹੋ, ਪਰ ਅਲਟੀਮੇਟ ਸਿੱਖ ਨਹੀਂ ਹੋ ਸਕਦੇ। ਕਿਉਂਕਿ ਸਿੱਖ ਹੋਣ ਵਾਸਤੇ ਸੱਚ ਹੀ ਇੱਕ ਪੈਮਾਨਾ ਹੈ। ਜੇ ਬਹੁਤ ਵੱਡੇ ਪੱਧਰਾਂ 'ਤੇ ਜਾਈਦਾ ਨਾ, ਅਤੇ ਬੱਚਿਆਂ ਵਾਸਤੇ ਉਹਨਾਂ ਪੈਮਾਨਾ ਲਿਖਿਆ ਹੁੰਦਾ ਵੀ ਆਹ ਘੱਟੋ ਘੱਟ ਡਿਗਰੀ ਤੇਰੇ ਕੋਲ ਹੋਣੀ ਚਾਹੀਦੀ ਹੈ, ਤਾਂ ਇਸ ਮੁਕਾਮ ਵਾਸਤੇ ਤੂੰ ਐਪਲੀਕੇਸ਼ਨ ਦੇ ਸਕਦਾ ਹੈ। ਉਂਝ ਕਹੇ ਜੀ ਮੈਂ ਬਹੁਤ ਸਿਆਣਾ ਹਾਂ, ਅਗਲੇ ਕਹਿਣਗੇ ਬਹੁਤ ਸਿਆਣਾ ਹੋਏਗਾ, ਮੁਬਾਰਕ ਤੈਨੂੰ, ਪਰ ਅਸੀਂ ਤਾਂ ਕਾਗਜ਼ ਮੰਨਣਾ ਨਾ। ਪਹਿਲਾ ਦਰਸ਼ਨ ਤੇ ਕਾਗਜ਼ ਹੈ ਨਾ। ਪਹਿਲਾਂ ਤਾਂ ਤੇਰੀ ਫਾਈਲ ਵਿੱਚ ਕੀ ਇਹ ਡਿਗਰੀ ਦਾ ਸਰਟੀਫਿਕੇਟ ਲੱਗਾ ਹੋਇਆ? ਜੇ ਲੱਗਾ ਹੋਇਆ ਤਾਂ ਟੇਬਲ 'ਤੇ ਗੱਲ ਕਰ ਸਕਦੇ ਤੇਰੇ ਨਾਲ। ਯਾਦ ਰੱਖਣਾ ਕਿ ਹਿਰਦੇ ਵਿੱਚ ਸੱਚ ਹੈ। ਜੇ ਸੱਚ ਹੈ ਤਾਂ ਫਿਰ ਠੀਕ ਹੈ, ਫਿਰ ਸੱਚੇ ਹੋ, ਫਿਰ ਸਿੱਖ ਹੋ। ਇਹੀ ਤੇ ਖਾਲਸਾ ਜੇ। ਖਾਲਸੇ ਦਾ ਮਤਲਬ ਸ਼ੁੱਧ, ਪਿਓਰ, ਨਿਰਮਲ, ਵਿਕਾਰ ਤੋਂ ਰਹਿਤ, ਮਿਲਾਵਟ ਤੋਂ ਰਹਿਤ, ਛਲ ਕਪਟ ਤੋਂ ਰਹਿਤ। ਯਾਦ ਰੱਖਣਾ ਲਿਬਾਸ ਖਾਲਸਾ ਨਹੀਂ ਹੈ। ਖਾਲਸਾ ਖਾਸ ਰੂਪ ਹੈ, ਅਤੇ ਖਾਸ ਰੂਪ ਦਾ ਮਤਲਬ ਹੁੰਦਾ ਹੈ ਜਿਹਦੇ ਵਰਗਾ ਕੋਈ ਹੋਰ ਨਹੀਂ ਹੈ, ਅਤੇ ਸੱਚ ਵਰਗਾ ਕੋਈ ਹੈ ਹੀ ਨਹੀਂ। ਸੱਚ ਆਪਣੇ ਆਪ 'ਚ ਇੱਕ ਖਾਸੀਅਤ ਹੈ। ਹਰਜਨ ਕੌਣ ਹੈ? ਸਾਚੇ ਨੇ। ਉਹਨਾਂ ਦੀ ਪਹਿਚਾਣ ਕੀ ਹੈ? ਸੱਚ ਕਮਾਵੇ। ਧਰਮੀ ਦੀ ਨਿਸ਼ਾਨ ਕੋਈ ਧਰਮ ਦੇ ਚਿਹਨ ਲਿਬਾਸ ਨਹੀਂ ਗੀ। ਧਰਮ ਦੇ ਚਿਹਨ ਲਿਬਾਸ ਤੇ ਬਾਜ਼ਾਰ 'ਚੋਂ ਖਰੀਦ ਕੇ ਜਿਹਦੇ ਮਰਜ਼ੀ ਗਲ ਪਾ ਦਿਓ। ਆ ਬਾਜ਼ਾਰ ਦੁਕਾਨਾਂ ਲੱਗੀਆਂ ਹੁੰਦੀਆਂ ਨੇ, ਨਿਸ਼ਾਨ ਖਰੀਦੋ, ਜਿਹਦੇ ਮਰਜ਼ੀ ਗਲ 'ਚ ਪਾ ਦਿਓ। ਬਾਜ਼ਾਰ 'ਚ ਰੰਗ ਬਿਰੰਗੇ ਕੱਪੜੇ ਮਿਲਦੇ ਨੇ, ਬਾਜ਼ਾਰ 'ਚੋਂ ਖਰੀਦ ਲਓ, ਜਿਸ 'ਤੇ ਮਰਜ਼ੀ ਗਲ 'ਚ ਪਾ ਦਿਓ। ਕਿਉਂ ਧਰਮੀ ਥੋੜ੍ਹਾ ਹੋ ਜਾਏਗਾ। ਧਰਮੀ ਦਾ ਪਹਿਚਾਨ ਸੱਚ ਹੈ। ਹਰਜਨ ਸਾਚੇ ਸੱਚ ਕਮਾਵੇਂ। ਕਿਸ ਤਰ੍ਹਾਂ? ਉਹਨਾਂ ਦਾ ਸੱਚ ਦਾ ਪੈਮਾਨਾ ਕੀ ਹੈ ਜੀ? ਸਾਡੇ ਵਾਸਤੇ ਜੋ ਸੱਚ ਦਾ ਪੈਮਾਨਾ ਹੈ, ਜਿਵੇਂ ਸੰਸਾਰ 'ਚ ਆਪਣੇ ਆਪਣੇ ਸੰਵਿਧਾਨ ਨੇ, ਉਹਨਾਂ ਦਾ ਪੈਮਾਨਾ ਹੈ ਨਾ, ਉਹ ਉਹਦੇ ਮੁਤਾਬਕ ਵਿਆਖਿਆਵਾਂ ਕਰਦੇ ਨੇ। ਆ ਕਾਨੂੰਨਾਂ 'ਤੇ ਕੀ ਹੁੰਦਾ ਹੈ? ਸੰਵਿਧਾਨ ਦੇ ਮੁਤਾਬਕ ਵਿਆਖਿਆਵਾਂ ਹੁੰਦੀਆਂ ਨੇ, ਅਭਿਆਸਾਂ ਹੁੰਦੀਆਂ ਨੇ, ਅਤੇ ਜੇ ਇੱਕ ਦੂਜੇ ਨੂੰ ਸਾਬਤ ਕਰਦੇ, ਦੇਖੋ ਜੀ ਸੰਵਿਧਾਨ ਦੇ ਮੁਤਾਬਕ ਹੈ, ਅਤੇ ਸ਼ਬਦ ਹਿੰਦੀ ਵਿੱਚ ਸੰਵਿਧਾਨਿਕ, ਜੋ ਸੰਵਿਧਾਨਿਕ ਤਰੀਕੇ ਨਾਲ ਗੱਲ ਕਰ ਦਿਓ ਤਾਂ ਠੀਕ ਹੈ, ਨਹੀਂ ਤਾਂ ਗੈਰ ਸੰਵਿਧਾਨਿਕ ਹੋ ਜਾਂਦਾ ਹੈ, ਗੈਰ ਕਾਨੂੰਨੀ ਹੋ ਜਾਂਦਾ ਹੈ। ਸਾਡੇ ਵਾਸਤੇ ਗੈਰ ਸੰਵਿਧਾਨਿਕ ਕੀ ਹੈ? ਸਾਡੇ ਵਾਸਤੇ ਗੈਰ ਕਾਨੂੰਨੀ ਕੀ ਹੈ? ਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਵਿਚਾਰ ਦੇ ਮੁਤਾਬਕ ਚੱਲਦੇ ਹੋ? ਕੀ ਤੁਹਾਡਾ ਜੀਵਨ ਗੁਰਬਾਣੀ ਦੇ ਮੁਤਾਬਕ ਹੈ? ਜੇ ਗੁਰਬਾਣੀ ਦੇ ਮੁਤਾਬਕ ਹੈ ਤਾਂ ਤੁਸੀਂ ਸੰਵਿਧਾਨਿਕ ਹੋ, ਅਤੇ ਜੇ ਤੁਹਾਡਾ ਜੀਵਨ ਗੁਰਬਾਣੀ ਦੇ ਮੁਤਾਬਕ ਨਹੀਂ ਹੈ ਤਾਂ ਤੁਸੀਂ ਗੈਰ ਸੰਵਿਧਾਨਿਕ ਹੋ। ਲਿਬਾਸ ਤੁਸੀਂ ਕੋਈ ਪਾ ਲਿਆ ਕੋ, ਕੋਈ ਮਾਇਨੇ ਨਹੀਂ ਉਹਦੇ, ਤੁਸੀਂ ਗੈਰ ਸੰਵਿਧਾਨਿਕ ਹੋ, ਤੁਸੀਂ ਗੈਰ ਕਾਨੂੰਨੀ ਕੰਮ ਕਰ ਰਹੇ ਹੋ। ਅਤੇ ਹਰਿਜਨ ਦੀ ਪਹਿਚਾਣ ਕੀ ਹੈ? ਸ਼ਬਦ ਵਿਚਾਰੀ। ਕਿਹੜਾ ਸ਼ਬਦ? ਸ਼ਬਦ ਤੇ ਕਿਸ ਤਰ੍ਹਾਂ ਵੀ ਕੋਈ ਪੜ੍ਹ ਸਕਦਾ ਹੈ? ਨਹੀਂ, ਗੁਰ ਕਾ ਸ਼ਬਦ। ਲੋਕ ਕਹਿੰਦੇ ਨੇ ਗਿਆਨ ਗੁਰੂ ਹੈ। ਗਿਆਨ ਤੇ ਕਿਸੇ ਦਾ ਵੀ ਹੋ ਸਕਦਾ ਹੈ। ਗਿਆਨ ਤੇ ਮੈਂ ਨਾਂ ਨਹੀਂ ਵਰਤਦਾ। ਦੁਨੀਆ ਬਹੁਤ ਉਹ ਲੋਕ ਨੇ ਜਿਹੜੇ
ਧਰਮ ਤੋਂ ਉਲਟੇ ਪਾਸੇ ਤੁਰਦੇ ਉਹਨਾਂ ਦਾ ਵੀ ਗਿਆਨ ਹੋ ਸਕਦਾ ਹੈ, ਸ਼ਕਤਾਂ ਦਾ ਵੀ ਗਿਆਨ ਹੋ ਸਕਦਾ ਹੈ। ਨਹੀਂ, ਗੁਰੂ ਕਾ ਗਿਆਨ। ਕਿਹੜੇ ਗੁਰੂ ਕਾ ਗਿਆਨ? ਗੁਰੂ ਨਾਨਕ ਕਾ ਗਿਆਨ। ਕੀ ਗੁਰੂ ਨਾਨਕ ਦੇ ਗਿਆਨ ਮੁਤਾਬਕ ਚੱਲਦੇ ਹੋ? ਨਾਨਕ ਗੁਰੂ ਗੋਬਿੰਦ ਸਿੰਘ ਦੇ ਗਿਆਨ ਮੁਤਾਬਕ ਚੱਲਦੇ ਹੋ, ਜਿਹਨੂੰ ਕਹਿੰਦੇ ਗੁਰ ਕੈ ਸ਼ਬਦ ਵਿਚਾਰੀ। ਪ੍ਰਭੂ ਦੇ ਪਿਆਰਿਆਂ ਦੀ ਪਹਿਚਾਨ ਹੈ, ਉਹ ਪ੍ਰਭੂ ਦੇ ਪਿਆਰੇ ਸੱਚ ਦੀ ਕਮਾਈ ਕਰਦੇ ਨੇ, ਸੱਚ ਦੀ ਹੀ ਮਿਹਨਤ ਕਰਦੇ ਨੇ, ਅਤੇ ਉਹਨਾਂ ਦੀ ਸੱਚ ਦਾ ਪੈਮਾਨਾ ਵਿਚਾਰ ਕੀ ਹੈ? ਗੁਰ ਕੈ ਸ਼ਬਦ ਵਿਚਾਰੀ। ਹਰ ਜਨ ਸਾਚੇ ਸਾਚ ਕਮਾਵਾ ਹੈ, ਗੁਰ ਕੈ ਸ਼ਬਦ ਵਿਚਾਰੀ। ਅਤੇ ਜਦੋਂ ਇਹ ਕੰਮ ਕੋਈ ਕਰ ਲੇਗਾ ਫਿਰ ਕੀ ਮਿਲੇਗਾ ਉਸ ਨੂੰ? ਕਿ ਲੱਗੇ ਆਪੇ ਮੇਲ ਲਏ ਪ੍ਰਭ ਸੱਚ ਹੈ। ਜੇ ਕੋਈ ਇਸ ਪੈਮਾਨੇ 'ਤੇ ਖਰਾ ਉਤਰ ਗਿਆ, ਆਪਣੇ ਗੁਰੂ ਦੇ ਸ਼ਬਦ, ਆਪਣੇ ਗੁਰੂ ਦੇ ਸਿਧਾਂਤ, ਆਪਣੇ ਗੁਰੂ ਦੇ ਆਦੇਸ਼, ਆਪਣੇ ਗੁਰੂ ਦੇ ਆਦਰਸ਼ 'ਤੇ ਖਰਾ ਉਤਰ ਗਿਆ, ਅਤੇ ਫਿਰ ਗੁਰੂ ਉਸ ਨੂੰ ਆਪਣੇ ਨਾਲ ਮਿਲਾ ਲਏਗਾ, ਗੁਰੂ ਉਸ ਨੂੰ ਆਪਣੇ ਕੋਲ ਬਿਠਾ ਲਏਗਾ, ਗੁਰੂ ਨੂੰ ਆਪਣੇ ਵਰਗਾ ਕਰ ਲਏਗਾ। ਆਪੇ ਮੇਲ ਲਏ, ਫਿਰ ਉਹਨਾਂ ਨੂੰ ਆਪ ਹੀ ਮੇਲ ਲੈਂਦਾ। ਨਹੀਂ ਤਾਂ ਦੁਨੀਆ ਸਾਰੀ ਕਹਿੰਦੀ ਮੈਨੂੰ ਮਿਲਾ ਲਓ, ਮੈਨੂੰ ਮਿਲਾ ਲਓ, ਮੈਨੂੰ ਮਿਲਾ ਲਓ, ਉਹ ਕਿਸੇ ਦੀ ਨਹੀਂ ਸੁਣਦਾ, ਕਿਉਂਕਿ ਤੇ ਸੱਚ ਦਾ ਪੈਮਾਨਾ। ਆਪੇ ਮੇਲ ਲਏ ਪ੍ਰਭ ਸੱਚ ਹੈ, ਇਹਨਾਂ ਹਰੀਜਨਾਂ ਨੂੰ ਉਹ ਆਪਣੇ ਨਾਲ ਆਪ ਮੇਲ ਲੈਂਦਾ ਹੈ। ਪਤਾ ਕਿਉਂ? ਸਾਚ ਰੱਖਿਆ ਉਰ ਧਾਰੀ। ਇਹਨਾਂ ਹਰੀਜਨਾਂ ਨੇ ਉਸ ਸੱਚ ਨੂੰ ਹਿਰਦੇ ਵਿੱਚ ਧਾਰਨ ਕਰਕੇ ਰੱਖਿਆ ਹੋਇਆ, ਕਿਉਂਕਿ ਉੱਥੇ ਸੱਚੇ ਹੀ ਸੱਚ ਨੇ। ਬੜੇ ਇਹਨਾਂ ਹਿਰਦੇ ਵਿੱਚ ਸੱਚ ਰੱਖੇ ਹੈ, ਸੱਚ ਦੇ ਸਦਕੇ ਉਸ ਪ੍ਰਭੂ ਦੇ ਦਰ 'ਤੇ ਮਿਲਾਪ ਹਾਸਲ ਕਰਦੇ। ਅਤੇ ਇਸ ਕਰਕੇ ਕਿ ਨਾਨਕ ਨਾਵਹੁ ਗਤ ਮਤ ਪਾਈ। ਇਸ ਸੱਚ ਦੇ ਸਦਕੇ ਹੀ ਨਾਮ ਪ੍ਰਾਪਤ ਹੁੰਦਾ ਹੈ। ਜਿਵੇਂ ਸੇ ਕਹਿੰਦੇ ਨਾ, ਆ ਫੁੱਲ ਮਿਲਦੇ ਨੇ ਅਤੇ ਫੁੱਲਾਂ ਦੇ ਸਦਕੇ ਖੁਸ਼ਬੂ ਮਿਲਦੀ ਹੈ। ਜੇ ਸੱਚੀ ਕਮਾਈ, ਜੀਵਨ ਸੱਚਾ ਸੁੱਚਾ ਹੋਏਗਾ ਅਤੇ ਨਾਮ ਪ੍ਰਾਪਤ ਹੋਏਗਾ। ਅਤੇ ਨਾਨਕ ਦੇ ਸਦਕੇ ਹੀ ਨਾਵਹੁ ਗਤ ਮਤ ਪਾਈ। ਗਤ ਦਾ ਮਤਲਬ ਉੱਚੀ ਆਤਮਕ ਅਵਸਥਾ, ਉੱਚੀ ਚੰਗੀ ਰਫਤਾਰ। ਮਤ ਕਹਿੰਦੇ ਨੇ ਤੁਹਾਡੀ ਮਤ ਨਿਰਮਲ ਵਿਚਾਰਧਾਰਾ ਹੋਗੀ। ਇਹ ਹਾਰਾਸ ਹਮਾਰੇ। ਸਤਿਗੁਰ ਕਹਿਣ ਲੱਗੇ ਸਾਡੀ ਤੇ ਹੀ ਪੂੰਜੀ ਹੈ। ਅਸੀਂ ਦੁਨੀਆ ਦੇ ਵਿੱਚ ਜਿਵੇਂ ਧਨ ਪੂੰਜੀ ਹੁੰਦਾ ਹੈ, ਅਧਿਆਤਮ ਦੇ ਵਿੱਚ ਸੱਤ ਹੀ ਪੂੰਜੀ ਹੈ ਅਤੇ ਨਾਮ ਹੀ ਪੂੰਜੀ। ਗੁਰਦੇਵ ਕਿਰਪਾ ਕਰਨ ਅਸੀਂ ਐਸਾ ਕਰ ਸਕੀਏ, ਅਸੀਂ ਵੀ ਸੱਚ ਨੂੰ ਕਮਾ ਸਕੀਏ, ਕਹਿ ਸਕੀਏ ਸੱਚੇ ਪਾਤਸ਼ਾਹ ਸਾਨੂੰ ਸੱਤ ਦਾ ਦਾਨ ਦੇ ਦੇ। ਇਸੇ ਨੂੰ ਨਾਮ ਦਾਨ ਕਿਹਾ ਜਾਂਦਾ ਹੈ। ਭੁੱਲ ਚੁੱਕ ਦੀ ਖਿਮਾ, ਆਸੀਸ ਅਤੇ ਪਿਆਰ ਦਿੰਦੇ ਫਤਿਹ ਬੁਲਾਵਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।